श्री गुरु रामदास गुण गावो। गुरु विघ्नन के नाशक श्री हरि गोविंद श्री हरि राय श्री हरि कृष्ण मनाए बहोरी परम कृपाला जी परम कृपाला श्री गुरु गोविंद सिंह विशाला तर पुन पुन सीसा जी पुन सीसा भर जगदीसा जिसमें अमृत ज्ञान मानक भगत बैराग श्री गुरु ग्रंथ उदद बंदो करे अनुराग एकंकार सतगुरु तिह प्रसाद सच वाहिगुरु जी की फतेह विघ्न विनाशन वाहिगुरु जी की फतेह विघ्न विनाशन वाहिगुरु की फतेह है विघ्न विनाशन वाहिगुरु साहिब जी दोहरा विरद भई मम देह अब मर्दाना सुन बैन कैसे दर्शन हो करो श्री मुख करुणा। वाहिगुरु जी का खालसा जुगो जो अटाला गुरु प्यारी सवारी सास आप बड़ भागे जिन्हों ने गुरु के दर्शन किए मारे सच्चे पातशाह किते गुर सिख प्यारे आए बेला सारे आप मिले हैं पता नहीं कितों कितों है। मैं चिरी विछड़ने राम राजे केतियां के बाप केतियां के बेटे केते गुर चेले हुए पता नहीं किन्नी कवारी कोई भरा कोई माँ कोई चेला कोई गुरु ये रिश्ता है। बाबा कबीर साहब कहते कि पता नहीं कितनी बारी ऐसे घर हम बहुत बसाए जब हम राम गर्भ हुए आए कहते पता नहीं कितनी बारी जन्म लिया ते फिर टाइम आया तो तुर गए फिर आ गए। आप भी पिछली कोई सेवा कमाई की जिहड़ा महाराज ने आपां नूं अपने लड़ लाया चरणों का आसरा दिता। महाराज कहते धन धन सत संगत जित हर रस पाया। जे गुरु प्यार करदा ना मेरे माधव जी सत संगत मिलै सो तरिया ते उत्थे गुरु नाल ही झिड़क भी दिंदा
ਜਿਹਦੇ ਫਿਰ ਝਿੜਕਦਾ ਇੱਕ ਪਾਸੇ ਉਸੇ ਮਾਂ ਨੂੰ ਆਖਿਆ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ, ਤੇ ਇੱਕ ਪਾਸੇ ਉਸੇ ਮਾਂ ਨੂੰ ਝਿੜਕਿਆ ਵੀ ਬੜਾ। ਝਿੜਕਿਆ ਕਿੱਥੇ ਹੈ? ਮਾਰੇ ਕਹਿੰਦੇ ਗੁਰਬਾਣੀ ਕਹਿੰਦੀ ਕਲਯੁਗ ਵਿੱਚ ਭੂਤਨੇ ਵਸਦੇ, ਭੂਤਨਿਆਂ ਦੇ ਕਰ ਭੂਤਨੇ ਜੰਮਣ, ਕਰਦੇ ਸਾਰੇ ਕੰਮ ਨਿਕੰਮਣ। ਇਹ ਮਹਾਰਾਜ ਦਾ 556 ਅੰਗ ਤੇ ਸ਼ਬਦ ਹੈ। ਮਹਾਰਾਜ ਸਾਹਿਬ ਜੀ ਕਹਿੰਦੇ ਇਸ ਵੇਲੇ ਭੂਤਨਿਆਂ ਦਾ ਪ੍ਰਤਾਪ ਹੈ। ਕਹਿੰਦੇ ਮਹਾਰਾਜ ਕਿੱਦਾਂ? ਮਹਾਰਾਜ ਕਹਿੰਦੇ ਪੁੱਤ ਜਨੂਰਾ ਧੀ ਜਨੂਰੀ। ਪਹਿਲਾਂ ਸ਼ੁਰੂ ਮਹਾਰਾਜ ਕੀ ਕੀਤਾ? ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ। ਕਹਿੰਦੇ ਕਲਯੁਗ ਦੇ ਵਿੱਚ ਨਾ ਭੂਤਨਿਆਂ ਦੀਆਂ ਬਹੁਤ ਗਿਣਤੀਆਂ। ਮਰਦਾਨਾ ਕਹਿੰਦਾ ਮਹਾਰਾਜ ਜੀ ਕਿੱਥੇ ਭੂਤਨਾ ਦੇ ਕੋਈ ਦੀਦਾ ਨਹੀਂ। ਮਹਾਰਾਜ ਕਹਿੰਦੇ ਆ ਜਿਹੜੇ ਤੁਰੇ ਫਿਰਦੇ ਇਹ ਕੀ ਆ? ਕਹਿੰਦਾ ਮਹਾਰਾਜ ਇਹ ਰੱਬ ਦੇ ਜੀ ਆ। ਮਹਾਰਾਜ ਕਹਿੰਦੇ ਨਹੀਂ ਭੂਤਨੇ ਆ। ਤੇ ਕਹਿੰਦੇ ਇੱਕ ਆ ਜਿਹੜੀ ਬੀਬੀ ਫਿਰਦੀ ਸਾਰਿਆਂ ਤੋਂ ਵੱਡੀ, ਇਹ ਸਭ ਤੋਂ ਵੱਡੀ ਭੂਤਨੀ ਆ। ਅੱਗੋਂ ਸਤਨਾਮ। ਹਾਂ ਤੁਸੀਂ ਨਾ ਭਰਾਵਾ ਕਿਤੇ ਆਪਦੇ ਤੇ ਲੈ ਲਿਆ। ਮਹਾਰਾਜ ਦੀ ਰੰਗ ਸੀ। ਮਹਾਰਾਜ ਕਹਿੰਦੇ ਜਿਹੜੀ ਸਾਰੇ ਘਰ ਦੀ ਦਾਦੀ ਹੈ ਨਾ, ਇਹ ਵੱਡੀ ਭੂਤਨੀ ਆ। ਜਦੋਂ ਮੈਂ ਸੁਣਿਆ ਨਾ ਮਹਾਂਪੁਰਖਾਂ ਨੂੰ, ਫਿਰ ਮੈਂ ਆਪ ਅਰਥ ਕੱਢ ਕੇ ਪੜ੍ਹੇ। ਮੈਂ ਕਿਹਾ ਪਹਿਲੇ ਚੰਗੀ ਤਰ੍ਹਾਂ ਪੜ੍ਹ ਲਵਾਂ, ਐਵੇਂ ਨਾ ਕਿਤੇ ਕਿਸੇ ਤੋਂ ਖੂੰਡੀਆਂ ਖਾਈਏ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਜੋਰੂ। ਹਾਂ ਤੇ ਇੱਥੇ ਆ ਕੇ ਰੁਕਣਾ ਹੈ। ਪੁੱਤ ਕਹਿੰਦੇ ਪੁੱਤਰ ਵੀ ਭੂਤਨਾ ਤੇ ਕੁੜੀ ਵੀ। ਬੋਲੋ ਹਵਾਸਤੀਆਂ ਬੱਚੀਆਂ ਨਿੱਕੀਆਂ ਨਿੱਕੀਆਂ। ਪੁੱਤ ਤੁਸੀਂ ਨਹੀਂ ਭੂਤਨੇ, ਤੁਸੀਂ ਤਾਂ ਗੁਰੂ ਨਾਲ ਜੁੜੇ ਆ। ਮਾਰੇ ਕਹਿੰਦੇ ਮੁੰਡੇ ਵੀ ਭੂਤ। ਜੀ ਪਾਤਸ਼ਾਹ ਕਹਿੰਦੇ ਪੁੱਤ ਜਨੂਰਾ, ਧੀ ਅੱਗੇ ਜੋਰੂ। ਅੱਗੇ ਨਾ ਸ਼ਬਦ ਇਕੱਠਾ ਪੜ ਜਾਣਾ, ਪਰ ਅਜੇ ਧਿਆਨ ਜੇ ਨਾ ਮੈਂ ਅਰਥ ਪੜ੍ਹੇ ਹੋਏਗਾ ਵੇਖੀ। ਜੋਰੂ ਕਹਿੰਦੇ ਘਰ ਵਾਲੀ ਨੂੰ, ਇਸਤਰੀ ਨੂੰ। ਮਾਰੇ ਕਹਿੰਦੇ ਮੁੰਡਾ ਵੀ ਭੂਤਨਾ, ਕੁੜੀ ਵੀ ਭੂਤਨੀ, ਤੇ ਜੋਰੂ ਜਿਨ੍ਹਾਂ ਦਾ ਸਿਕਦਾਰ। ਕਹਿੰਦੇ ਸਭ ਤੋਂ ਵੱਡੀ ਭੂਤਨੀ ਆ ਜਿਹੜੀ ਵਿਹੜੇ 'ਚ ਬੀਬੀ ਬੈਠੀ ਆ। ਜਿੰਨੇ ਸਾਰੇ ਜੰਮੇ ਆ, ਜੀ ਤੋਂ ਸ਼ੁਰੂ ਹੋਈ ਪੀੜ੍ਹੀ, ਜਿੱਦਾਂ ਸਾਡੀ ਪੜਦਾਦੀ ਦਾਦੀ ਤੇ ਉਦੋਂ ਅੱਗੇ ਨਗੜ ਦਾਦੀ ਹੁੰਦੀ ਆ, ਉਦੋਂ ਅੱਗੇ ਤੇ ਮੈਨੂੰ ਨਹੀਂ ਪਤਾ। ਸਤਨਾਮ। ਤੇ ਮਹਾਰਾਜ ਨੇ ਜਿੱਥੇ ਪਿਆਰ ਕੀਤਾ ਨਾ ਉੱਥੇ ਝਿੜਕਿਆ ਵੀ। ਪਿਆਰ ਕੀਤਾ ਵਾ ਵੀ ਜਿਹੜੀਆਂ ਰੂਹਾਂ ਬੰਦਗੀ ਕਰਦੀਆਂ ਉਹਨਾਂ ਨੂੰ ਗੱਲ ਨਾ, ਤੇ ਜਿਹੜੇ ਗੁਰੂ ਤੋਂ ਬਾਗੀ ਹੋਏ ਆ ਉਹਨਾਂ ਪ੍ਰਤੀ ਮਹਾਰਾਜ ਨੇ ਆਖਿਆ ਵੀ ਇੱਥੋਂ ਤੱਕ ਵੀ ਲਿਖਿਆ ਵੀ ਜਨਨੀ ਜਨੈ ਤਾਂ ਭਗਤ ਜਨ ਕਹਿ ਦਾਤਾ। ਬੀਬੀ ਜੇ ਤੂੰ ਬੱਚਾ ਜੰਮਣਾ ਨਾ, ਚਾਹੇ ਧੀ ਹੋਵੇ ਪੁੱਤ ਹੋਵੇ, ਉਹਦੇ 'ਚ 3 ਗੁਣ ਹੋਣ। ਜਾਂ ਤੇ ਉਹ ਭਗਤ ਹੋਵੇ, ਜਾਂ ਦਾਨੀ ਹੋਵੇ, ਜਾਂ ਸੂਰਮਾ ਹੋਵੇ। ਤੇ ਜੇ ਤਿੰਨੇ ਗੁਣ ਨਹੀਂ ਨਾ ਉਹਦੇ 'ਚ, ਹੁਣ ਕਈਆਂ ਦੇ ਬੱਚੇ ਬਾਹਰ, ਉਹ ਭਗਤ ਨਹੀਂ ਆ ਕਿਉਂਕਿ ਉਹ ਨਿਤਨੇਮ ਨਹੀਂ ਕਰਦੇ, ਨਾ ਮੱਥਾ ਟੇਕਣ ਜਾਂਦੇ ਆ, ਤੇ ਸੂਰਮੇ ਵੀ ਨਹੀਂ ਆ, ਪਰ ਉਹ ਦਾਨੀ ਆ। ਦਾਨੀ ਕਿੱਦਾਂ ਹੈ? ਜਦੋਂ ਆਪਣੇ ਪੈਸੇ ਭੇਜਦੇ ਤੇ ਨਾਲ ਹੀ ਕਹਿੰਦੇ ਮਾਂ ਇੰਨੀ ਮਾਇਆ ਜਿਹੜੀ ਹੈ ਗੁਰੂ ਘਰ ਦੇ ਆਏ, ਉੱਥੇ ਆਟਾ ਚੜਾ ਦਿਓ, ਦਾਲ ਚੜਾ ਦਿਓ, ਕਿਸੇ ਗਰੀਬ ਗੁਰਬੇ ਨੂੰ ਲੋੜ ਆ ਤੇ ਦੇ ਦਿਓ। ਉਹ ਦਾਨੀ ਆ। ਇਹ ਗੱਲ ਨੋਟ ਕਰਕੇ ਰੱਖਿਓ, ਤੁਹਾਡੇ ਬੱਚਿਆਂ ਦਾ ਦੁੱਗਣਾ ਚੌਗਣਾ ਵਧਣਾ। ਤੇ ਕਈ ਮੈਂ ਵੇਖੇ ਉਹਨਾਂ ਕੋਲ ਤਿੰਨੇ ਗੁਣ ਹੀ ਨਹੀਂ, ਨਾ ਉਹ ਭਗਤੀ ਕਰਦੇ ਆ, ਨਾ ਉਹ ਸੂਰਮੇ ਆ, ਤੇ ਦਾਨ ਵੀ ਨਹੀਂ ਕਰ ਸਕਦੇ, ਨਹੀਂ ਉਹਨਾਂ ਦੇ ਭਾਗਾਂ 'ਚ। ਤੋ ਇਹ ਗੁਰਬਾਣੀ ਨਾਲ ਗੱਲਾਂ ਕਰਦੇ। ਮਹਾਰਾਜ ਕਹਿੰਦੇ ਮਾਂ ਤੇਰੇ ਘਰ ਜਿਹੜਾ ਵੀ ਬੱਚਾ ਜੰਮਿਆ ਉਹਦੇ 'ਚ 3 ਗੁਣ, 1 ਗੁਣ ਜ਼ਰੂਰੀ ਹੈ। ਜੇ ਤਿੰਨੇ ਗੁਣ ਨਹੀਂ ਹੈਗੇ ਤੇ ਮਹਾਰਾਜ ਅਗਲੀ ਪੰਕਤੀ 'ਚ ਕਹਿੰਦੇ ਨਾਹੇ ਤਾਂ ਜਨਨੀ ਬਾਂਝ ਰਹੇ। ਬਾਂਝ ਉਹਨੂੰ ਕਹਿੰਦੇ ਉਸ ਬੀਬੀ ਨੂੰ ਜਿਹਦੇ ਕੋਈ ਬੱਚਾ ਕਾਹੇ ਗਵਾਵੇ ਨੂਰ। ਕਹਿੰਦੇ ਕਾਹਤੋਂ ਪੀੜਾ ਝੱਲਣੀ, ਦੁੱਖ ਝੱਲਣੇ, ਇਹਦੇ ਨਾਲੋਂ ਤੇ ਮਾਤਾ ਤੂੰ ਚੁੱਪ ਕਰਕੇ ਉੱਦਾਂ ਹੀ ਰਹਿ। ਇਹ ਗੁਰੂ ਤੁਹਾਡੇ ਦਾ ਹੁਕਮ ਹੈ, ਮੇਰਾ ਨਹੀਂ ਜੇ। ਇਸੇ ਕਰਕੇ ਜਿੱਥੇ ਮਾਰੇ ਪਿਆਰ ਵੀ ਕਰਦੇ ਉੱਥੇ ਝਿੜਕਦੇ ਵੀ ਆ ਕਿ ਬੀਬੀ ਜੇ ਤੇਰੇ ਪੁੱਤ ਪੋਤਰੇ ਤੇਰੇ ਘਰ 'ਚ ਸਿੱਖੀ ਨਹੀਂ ਤੇ ਤੂੰ ਵੱਡੀ ਭੂਤਨੀ ਆ, ਤੇਰੇ ਪੋਤਰੇ ਪੋਤਰੀਆਂ ਭੂਤਨੇ ਆ, ਇਹ ਟੱਬਰ ਹੀ ਸਾਰਾ ਹੈ ਜੋਰੂ ਜਿਨ੍ਹਾਂ ਦਾ। ਤੇ ਮੈਨੂੰ ਬੜਾ ਹਸਾਇਆ ਜਦੋਂ ਮੈਂ ਅਰਥ ਪੜ੍ਹੇ। ਮੈਂ ਕਿਹਾ ਵੀ ਆਪੋ ਆਪਣੇ ਘਰਾਂ 'ਚ ਵੇਖੀਏ ਕਿੰਨੇ ਭੂਤਨੇ ਤੁਰੇ ਫਿਰਦੇ ਆ। ਸਤਨਾਮ
ਸੋ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰ, ਦਇਆ ਕਰਨ, ਰਹਿਮਤ ਕਰਨ। ਕਈਆਂ ਦੇ ਘਰ 'ਚ ਦਾਦੀ ਭਗਤ ਨਹੀਂ ਆ ਤੇ ਦਾਦਾ ਭੂਤਨਾ ਵਾ, ਕਿਸੇ ਦਾ ਦਾਦਾ ਭਗਤ ਆ ਤੇ ਦਾਦੀ ਭੂਤ ਨਹੀਂ ਆ। ਇਹ ਵੇਖਿਓ ਪਰਿਵਾਰਾਂ 'ਚ ਕਈਆਂ ਦੀਆਂ ਦਾਦੀਆਂ ਜੁੜੀਆਂ ਤੇ ਦਾਦੇ ਕਹਿਣਗੇ ਦੇਖਾਂ ਤੁਰ ਪੀਊ ਚੱਲੀ ਹੁਣ ਗੁਰਦੁਆਰੇ ਹੈ। ਇਹਦੇ ਬਿਨਾਂ ਕਿਤੇ ਗੁਰਦੁਆਰਾ ਚੱਲਣਾ ਇੱਕ ਆਮ ਹੀ ਹੈ, ਸੈਟਿੰਗ ਨਹੀਂ ਬਹਿੰਦੀ। ਤੇ ਕਈ ਬਜ਼ੁਰਗ ਜੁੜੇ ਤੇ ਬੁੱਢੀ ਕੋ ਤੁਰ ਪਿਆ ਹੀ ਪਾ ਕੇ ਝੱਗਾ ਪਜਾਮਾ, ਇਹਦੇ ਬਿਨਾਂ ਕਿਤੇ ਕਥਾ ਹੋਣੀ ਉੱਥੇ। ਬੰਦਾ ਕੋਈ ਡੰਗਰ ਵੱਛਾ ਵੇਖੇ ਮੁੰਡਿਆਂ ਦੇ ਕੋਲੋਂ ਲਾਗੇ ਬੱਚੇ ਹੀ ਫੜ ਲਏ। ਕੁਮਾਰੀ ਕਹਿੰਦੇ ਕਈ ਵਾਰ ਦੋਵੇਂ ਭਗਤ ਹੁੰਦੇ, ਕਈ ਵਾਰੀ ਦੋਵੇਂ ਭੂਤ ਨੇ। ਸਾਰਾ ਟੱਬਰ ਭੂਤਨਿਆਂ ਦਾ ਹੈ। ਪਰ ਤੁਹਾਨੂੰ ਮਾਰੇ ਕਹਿੰਦੇ ਗੁਰ ਸਿੱਖ ਪਿਆਰੇ ਆਏ ਮਿਲ, ਆਵੋ ਸਿੱਖ। ਤੁਹਾਨੂੰ ਭੂਤ ਨੇ ਨਹੀਂ, ਤੁਹਾਨੂੰ ਪਿਆਰੇ ਕਿਹਾ, ਤੁਹਾਨੂੰ ਮਿੱਠੀ ਆਵਾਜ਼ ਮਾਰੀ। ਮਾਰੇ ਕਹਿੰਦੇ ਆਓ ਮੇਰੀ ਉਹ ਧੀਓ ਪੁੱਤਰੋ, ਆਵੋ ਭੈਣੇ ਗਲ ਮਿਲੇ। ਆਓ ਸਾਰੇ ਜਣੇ ਮਿਲ ਕੇ ਤੇ ਉਸ ਸਮਰੱਥ ਕੰਤ ਦੀਆਂ ਕਹਾਣੀਆਂ ਕਰੀਏ। ਆਓ ਜੀ ਸਾਰੇ 2-4 ਮਿੰਟ। ਅੱਜ ਪਿਆਰ ਹੀ ਵਰਸਣਾ। ਬਿਰਧ ਬਾਪੂ ਰਾਏ ਬੁਲਾਰ, ਜਿਹੜਾ ਇੱਕ ਦਿਨ ਉਦਣ ਰੋਇਆ ਸੀ ਜਿੱਦਣ ਮਾਰੇ ਸੁਲਤਾਨਪੁਰ ਆਏ ਸੀ, ਅੱਜ ਫੇਰ ਰੋਣ ਲੱਗਾ ਜੀ। ਬਹੁਤ ਰੋਇਆ 2 ਵਾਰੀ ਜ਼ਿੰਦਗੀ 'ਚ। ਇੱਕ ਵਾਰੀ ਉਦਣ ਜਿੱਦਣ ਮਹਾਰਾਜ ਨੇ ਇੱਧਰ ਨੂੰ ਤਿਆਰੀ ਕੀਤੀ ਤੇ ਚਰਨ ਫੜ ਕੇ ਕਹਿੰਦਾ ਸੀ ਅਸਾਂ ਤੋਂ ਤੁਸਾਂ ਬਿਨਾਂ ਗੁਜ਼ਾਰਾ ਨਹੀਂ ਹੋਣਾ। ਗੁਰੂ ਨਾਨਕ ਸਾਹਿਬ ਤੇਰੇ ਕਦਮਾਂ ਕਰਕੇ ਮੇਰੀ ਨਗਰੀ ਵਸਦੀ ਹੈ, ਮੈਨੂੰ ਛੱਡ ਕੇ। ਉੱਥੇ ਬੋਲ ਸੀ ਜਦ ਸੁਣਿਆ ਰਾਏ ਬੁਲਾਰ ਨੇ, ਨਾਨਕ ਜੀ ਹੋਏ ਤਿਆਰ ਨੇ। ਗਲ ਪੱਲਾ ਪਾ ਕੇ ਰੋਪਿਆ। ਕਦੇ ਰੋਏ ਤੁਸੀਂ? ਇਮਾਨਦਾਰੀ ਨਾਲ ਦੱਸਿਓ, ਕਦੇ ਗੁਰੂ ਵਾਸਤੇ ਰੋਏ ਹੋ? ਮੈਂ ਤਾਂ ਨਹੀਂ ਰੋਇਆ। ਜਿੰਨੀ ਸੰਗਤ ਇੱਥੇ ਆਉਂਦੀ, ਕੋਈ ਦੁੱਧ ਨੂੰ ਰੋਂਦਾ, ਕੋਈ ਪੁੱਤ ਨੂੰ ਰੋਂਦਾ, ਕੋਈ ਸਰੀਰ ਪੱਖੋਂ ਬਿਮਾਰੀ ਨੂੰ ਰੋ ਰਿਹਾ, ਕੋਈ ਭੈਣ ਭਰਾਵਾਂ ਨੂੰ ਰੋ ਰਿਹਾ ਵੀ ਮੈਨੂੰ ਫੋਨ ਨਹੀਂ ਕਰਦੇ, ਮਿਲਦੇ ਨਹੀਂ, ਤੇ ਕੋਈ ਬੱਚਿਆਂ ਨੂੰ ਰੋ ਰਿਹਾ, ਤੇ ਕੋਈ ਵਿਦੇਸ਼ ਨੂੰ ਰੋ ਰਿਹਾ। ਪਰ ਕੋਈ ਤੁਹਾਡੇ 'ਚ ਐਸੀ ਰੂਹ ਹੋਵੇ ਨਹੀਂ। ਤੇ ਅੱਜ ਤੋਂ ਬਾਅਦ ਰੋ ਕੇ ਵੇਖਿਓ ਭੈਣੋ ਵੀਰੋ, ਕਦੇ ਵੀ ਆਪਣਾ ਪੱਲਾ ਲੈ ਕੇ ਨਾ ਇਸ ਗੱਲੋਂ ਰੋਣਾ ਕਿ ਮਹਾਰਾਜ ਮੇਰੀ ਉਮਰ ਜਿਹੜੀ ਥੋੜ੍ਹੀ ਆ, ਜੇ ਜਾਣਾ ਲੜ ਛਿੱਜਣਾ ਭੀੜੀ ਪਾਈ। ਇਹ ਮੈਨੂੰ ਲੱਗਦਾ ਵੀ ਹੁਣ ਪੀੜਾਂ ਪੂੜਾਂ ਨਿਕਲਣ ਲੱਗ ਪਈਆਂ, ਚੱਕਰ ਜਿਹਾ ਆਉਂਦਾ ਪਿਆ ਤੇ 50 ਤੋਂ ਉੱਤੇ ਹੋ ਗਿਆ। ਤੇ ਮਹਾਰਾਜ ਮੇਰਾ ਰੋਣਾ ਵਾ ਵੀ ਮੈਨੂੰ ਕਿਸੇ ਥਾਂ ਲਾ ਦੀ, ਥਾਂ ਲਾ ਦੀ। ਇੱਥੇ ਪਰਿਵਾਰ ਬੈਠਾ, ਮੈਂ ਜ਼ਿਕਰ ਨਹੀਂ ਕਰਦਾ, ਉਹਨਾਂ ਦਾ ਬਜ਼ੁਰਗ ਸੀ ਮੇਰੇ ਨਾਲ। ਮੈਂ ਉਹ ਰੂਹ ਵੇਖੀ ਆਪਣੀ ਜ਼ਿੰਦਗੀ 'ਚ। ਠੀਕ ਮਰਨ ਤੋਂ 3-4 ਦਿਨ ਪਹਿਲਾਂ ਅਸੀਂ ਘਰੇ ਗਏ, ਮੈਨੂੰ ਅਜੇ ਵੀ ਰੂਹ ਯਾਦ ਆਉਂਦੀ। ਤੇ ਇੱਦਾਂ ਮੇਰਾ ਹੱਥ ਫੜ, ਮੈਂ ਤੁਰਨ ਲੱਗਾ ਫਤਿਹ ਬੁਲਾ ਕੇ, ਤੇ ਮੈਨੂੰ ਕਹਿੰਦੇ ਸਿੰਘ ਸਾਹਿਬ ਜੀ ਉਰੇ ਆਇਓ। ਤੇ ਇੱਦਾਂ ਗੋਡੀਆਂ ਹੱਥ ਲਾ ਦਿੰਦੇ, ਝੂਠ ਨਹੀਂ, ਗੁਰੂ ਕੋਲੇ ਤੇ ਜਾਂ ਪੈਰੀਂ ਹੱਥ। ਤੇ ਮੈਂ ਕਿਹਾ ਵੀ ਤੁਸੀਂ ਤਾਂ ਮੇਰੇ ਦਾਦੇ ਸਮਾਨ ਹੋ, ਤੇ ਤੁਸੀਂ ਸਾਡੇ ਗੋਡੀਆਂ ਹੱਥ ਕਾਹਤੋਂ ਲਾਉਣੇ? ਅਸੀਂ ਤਾਂ ਬੱਚੇ ਆ, ਗਲਤੀਆਂ ਕਰਦੇ। ਕਹਿੰਦੇ ਮੈਂ ਤੁਹਾਡੇ ਨਹੀਂ ਹੱਥ ਲਾਇਆ, ਤੁਹਾਡੀ ਪੋਸਟ ਨੂੰ ਲਾਇਆ, ਵੀ ਤੁਹਾਨੂੰ ਗੁਰੂ ਅਰਜਨ ਸਾਹਿਬ ਨੇ ਬੜੀ ਬਖਸ਼ਿਸ਼ ਵਾਲੀ ਥਾਂ 'ਤੇ ਨਵਾਜਿਆ। ਤੇ ਇੱਦਾਂ ਹੱਥ ਫੜ ਲਿਆ, ਇਹੀ ਹੱਥ ਸੀ ਮੇਰਾ, ਮੈਂ ਇੱਦਾਂ ਹੀ ਬੈਠਾ ਸੀ ਤੇ ਹੱਥ ਫੜ ਕੇ ਘੁੱਟ ਕੇ। ਉਹ ਇਹੋ ਜਿਹੀਆਂ ਰੂਹਾਂ ਲੱਭਦੀਆਂ ਨਹੀਂ, ਝੂਠ ਮਾਰਨ ਨੂੰ ਮਾਰ ਲਓ। ਘੁੱਟ ਕੇ ਹੱਥ ਤੇ ਕਹਿੰਦੇ ਸਿੰਘ ਸਾਹਿਬ ਮੇਰੀ ਅਰਦਾਸ ਕਰਿਓ, ਹੁਣ ਮੈਨੂੰ ਲੱਗਦਾ ਮੇਰਾ ਭਾਂਡਾ ਫੁੱਟ ਜਾਣਾ, ਤੇ ਗੁਰੂ ਸਾਹਿਬ ਅੱਗੇ ਬੇਨਤੀ ਕਰਿਓ ਕਿ ਮੈਨੂੰ ਚੰਗੀ ਥਾਂ ਤੇ ਨਵਾਜ ਦਿਓ। ਆਖੋ ਸਤਨਾਮ। ਜ਼ਿੰਦਗੀ ਮੇਰੀ 'ਚ ਇਹ ਘਟਨਾ ਪ੍ਰਤੱਖ ਵਰਤੀ। ਇੱਕ ਦਿਨ ਕਮੈਂਟ 'ਚ ਵੀ ਇੱਕ ਵੀਰ ਨੇ ਕਿਹਾ ਸੀ, ਕਹਿਣ ਲੱਗੇ ਭਾਈ ਸਾਹਿਬ ਜਿਹੜੀ ਆਪਣੀ ਜ਼ਿੰਦਗੀ 'ਚ ਬੀਤੀ ਉਹ ਜ਼ਰੂਰ ਸੁਣਾਇਆ ਕਰੋ, ਉਹਦੇ ਨਾਲ ਜ਼ਿਆਦਾ ਅਸਰ ਲੱਗਦਾ। ਤੋ ਇਸ ਕਰਕੇ ਇਹ ਸੱਚਾਈ ਸੀ। ਇੱਦਾਂ ਹੱਥ ਪਕੜ ਕੇ ਅੱਖਾਂ 'ਚ ਜਾਲ ਆ ਕੇ ਕਹਿੰਦੇ ਵੀ ਅਰਦਾਸ ਕਰਿਓ ਵੀ ਹੁਣ ਮੈਂ ਚਲੇ ਜਾਣਾ ਵਾ, ਤੇ ਮੈਨੂੰ ਮਹਾਰਾਜ ਚੰਗੀ ਥਾਂ ਤੇ ਜੇ ਚੌਥੇ ਦਿਨ ਪਤਾ ਲੱਗਾ ਵੀ ਇੱਕ ਤੇ ਮਹਾਂਪੁਰਖਾਂ ਦੀਆਂ ਕਥਾ ਹੁੰਦੀਆਂ ਨਾ, ਬੰਦਾ ਸੁਣਾਉਂਦਾ ਉਦਾਹਰਨਾਂ ਦੇ ਕੇ, ਇੱਕ ਆਪਣੀ ਜ਼ਿੰਦਗੀ ਦੇ ਵਿੱਚ ਵਰਤਿਆ ਹੁੰਦਾ। ਕਿੰਨਾ ਜੀਵਨ ਹੋਵੇਗਾ, ਕਿੰਨੀ ਕਮਾਈ ਹੋਵੇਗੀ, ਕਿੰਨੀ ਬੰਦਗੀ ਹੋਵੇਗੀ,
ਜਿਹੜਾ ਉਹਨਾਂ ਨੂੰ ਆਪਣਾ ਪਤਾ ਲੱਗ ਗਿਆ ਤੇ ਉਹਨਾਂ ਨੇ ਮੰਗਿਆ ਕਿ ਚਰਨਾਂ 'ਚ। ਹਾਂਜੀ, ਤੋ ਇਸ ਕਰਕੇ ਪੜ੍ਹ ਗਏ ਸਾਰੇ ਜਾਣੇ, ਫਿਰ ਬੜਾ ਆਨੰਦ ਹੀ ਹੈ। ਤੇ ਕਈ ਵਾਰੀ ਚਲੋ ਹੁਣ ਪੜ੍ਹ ਸਕਦੇ ਨਹੀਂ, ਫਿਰ ਜੀ ਕਰ ਪੈਂਦਾ। ਸਾਰੇ ਜਾਣੇ ਭੇਜ ਕੇ ਉੱਥੇ ਰਾਏ ਬੁਲਾਰ ਦੇ ਗਲ 'ਚ ਪੱਲਾ ਸੀ ਤੇ ਉਹਨੇ ਵੀ ਇਹੀ ਗਾਇਆ ਸੀ, ਕਹਿੰਦੇ ਜਦ ਸੁਣਿਆ ਰਾਏ ਨਾਨਕ ਜੀ ਹੋਏ, ਤਿਆਰ ਨੇ ਗਲ ਪੱਲਾ ਪਾਗੇ, ਆਖਿਆ ਚੱਲੀ ਕਿਧਰ ਨੂੰ ਸਰਕਾਰ ਨੇ, ਇੱਕ ਪਲ ਨਾ ਹੋਵੀਂ ਦੂਰ ਤੂੰ, ਇੱਕ ਪਲ ਨਾ ਹੋਵੀਂ ਦੂਰ ਤੂੰ, ਮੋਹ ਹਰ ਇੱਕ ਦਿਲ ਨੂੰ ਲੈਣਿਆ, ਮੁੜ ਕੇ ਕਦ ਦਰਸ਼ਨ ਦੇਵੇਗਾ, ਸੱਪਾਂ ਦੀ ਛਾਵੇਂ ਪੈਣਿਆ, ਮੁੜ ਕੇ ਕਦ ਦਰਸ਼ਨ ਦੇਵੇਗਾ। ਇੰਨਾ ਪਿਆਰ ਕਦੇ ਕੀਤਾ? ਕਦੇ ਆਪਣੇ ਲਈ ਰੋਇਆ ਕਰੋ। ਸਭ ਰੋਂਦੇ ਆ, ਪਰ ਇੰਨਾ ਕਰੋ ਲੋ ਕਿ ਮਹਾਰਾਜ ਮੈਂ ਇੱਥੇ ਫਸ ਗਿਆ। ਸਵੇਰੇ ਅੰਮ੍ਰਿਤ ਵੇਲੇ ਲੜੀਵਾਰ ਕਥਾ ਸੀ, ਤੂੰ ਦਰਿਆਓ ਦਾਨਾ ਬੀਨਾ ਮੈਂ ਮਛਲੀ, ਕੈਸੇ ਅੰਤ ਲਹਾ। ਇਹ ਸੰਸਾਰ ਤੇਰਾ ਬਣਾਇਆ ਦਰਿਆ ਏ ਤੇ ਮੈਂ ਨਿੱਕੀ ਜੀ ਮੱਛੀ ਆ, ਨਾ ਜਾਣਾ ਮਿਓ ਨਾ ਜਾਣਾ ਜਾਲੀ। ਕਹਿੰਦੇ ਨਾ ਮੈਨੂੰ ਮਲਾਹ ਦਾ ਪਤਾ, ਨਾ ਜਾਲ ਦਾ ਪਤਾ, ਪਤਾ ਨਹੀਂ ਕਿਹੜੇ ਵੇਲੇ ਮੈਂ ਫਸ ਜਾਣਾ। ਆਪਾਂ ਇੱਕ ਮੱਛੀ ਦੀ ਤਰ੍ਹਾਂ ਨਿੱਕੇ ਜਿਹੇ ਜੀ ਆ, ਬਹੁਤ ਵੱਡਾ ਸੰਸਾਰ ਹੈ, ਪਤਾ ਨਹੀਂ ਕਦੋਂ ਜਾਲ ਪੈ ਜਾਣਾ। ਇਸ ਕਰਕੇ ਭਾਵਨਾ ਵਾਲੀਆਂ ਰੂਹਾਂ 36,000 ਕਿੱਲੇ ਦਾ ਮਾਲਕ ਹੈ ਰਾਏ ਬੁਲਾਰ। 36,000 ਕਿੱਲਾ। ਮੈਂ ਜਦੋਂ ਇਤਿਹਾਸ ਆਪਾਂ ਪੜ੍ਹਦੇ ਤੇ ਅੰਦਰ ਭਰ ਜਾਂਦਾ ਹੀ। ਮੈਂ ਵੀ ਆਪਾਂ ਇੱਕੋ ਜਿਹੇ ਸਾਰੇ, ਆਪਾਂ ਮੱਥਾ ਟੇਕੀ ਤੇ ਆਖੀਦਾ ਵੀ ਚਲੋ ਵੀ ਛੋਟੇ ਪੈਸੇ ਨਾ ਮੇਰਾ ਸਰ ਜੀ, ਆਪਣੀ ਫਿਦਰਤ ਤਾਂ ਮੈਂ ਵੀ ਇੱਦਾਂ ਹੀ। ਇੱਕ ਦਿਨ ਮੈਂ ਮੱਥਾ ਟੇਕਣ ਲੱਗਾ ਤੇ ਮੈਂ ਵੀ ਇੱਦਾਂ ਕੀਤਾ, ਮੈਨੂੰ ਚੇਤਾ ਆ ਗਿਆ। ਮੈਂ ਕਿਹਾ ਵਾਕਿਆ ਕਹਿਣਾ ਸੌਖਾ, ਸੰਗਤ ਨੂੰ ਦੇਣਾ ਬੜਾ ਔਖਾ ਵੀ 8-9 500 ਦੀ ਲੋੜ ਸੀ ਤੇ ਵਿੱਚ ਇੱਕ ਪੰਜਾਂ ਦਾ, ਤੇ ਪੰਜਾਂ ਦਾ ਕੱਢ ਕੇ ਟੇਕਿਆ ਤੇ ਨਾਲ ਹੀ ਮੈਨੂੰ ਚੇਤਾ ਆ ਗਿਆ। ਮੈਂ ਕਿਹਾ ਅੱਜ ਸੁਨਾਮ ਭੱਜ ਕਿੱਥੇ ਭੱਜਣਾ, ਸੰਗਤ ਨੂੰ ਕਹਿਣਾ ਹੁੰਦਾ ਨਾ ਅੱਜ ਆਪ ਆਖੋ ਸਤਨਾਮ। ਇਹ ਹੈ ਕਿਉਂਕਿ ਆਪਾਂ ਲੋੜਾਂ ਦੇ ਮਾਰੇ ਆ। ਆਪਾਂ ਵੇਖੀਦਾ ਵੀ ਜੇ ਬਾਬੇ ਨੂੰ ਇੰਨੇ ਦੇਤੇ ਤੇ ਸੌਦਾ ਕਾਹਦਾ ਲਿਆਉਣਾ, ਦੇ ਜਾਣੀ ਨਾ ਪੈਂਦਾ। 750 ਮੁਰੱਬਾ ਦਿੱਤਾ ਹੁਣ, 18,750 ਕਿੱਲੇ ਜ਼ਮੀਨ, ਮੱਥਾ ਹੀ ਟੇਕ ਗਿਆ। ਤੇ ਮਾਰੇ ਤੁਰਨ ਲੱਗੇ ਸੀ, ਕਹਿੰਦਾ ਪਾਤਸ਼ਾਹ ਮੈਂ ਤੇਰੇ ਬਿਨਾਂ ਕੀ ਕਰੂੰਗਾ। ਸੋਨੇ ਦੀਆਂ ਕੁਰਸੀਆਂ ਘਰ 'ਚ ਆ, ਕਿੰਨਾ ਵੱਡਾ ਮਹਿਲ ਆ, ਦੁਨੀਆ ਅੱਗੇ ਪਿੱਛੇ ਫਿਰਦੀ ਆ, ਜਿਨ੍ਹਾਂ ਨੂੰ ਸੱਚ ਪਤਾ ਲੱਗ ਗਿਆ ਕਿ ਆਪਾਂ ਤੇ ਕੁਛ ਵੀ ਨਹੀਂ ਉਹਦੇ ਬਰਾਬਰ। ਆਪਾਂ ਤੇ 4-5 ਕਿੱਲਿਆਂ ਵਾਲੇ ਆ, ਕੁਛ ਵੀ ਨਹੀਂ ਆ। ਬਸ ਪੱਲਾ ਪਾ ਕੇ ਆਂਦਾ ਸੀ ਮਹਾਰਾਜ ਇਹਨੂੰ ਛੱਡ ਕੇ ਨਾ ਜਾਇਓ। ਇੱਕ ਉਦਣ ਰੋਇਆ, ਇੱਕ ਅੱਜ ਰੋਣ ਲੱਗਾ। ਹੁਣ ਮਰਦਾਨਾ ਆ ਗਿਆ ਏਮਨਾਬਾਦ ਤੋਂ ਤੇ ਇਹ ਹੁਣ ਬਿਰਧ ਹੋ ਗਿਆ ਵਾ ਤੇ ਅੰਦਰੋਂ ਬੇਨਤੀ ਨਿਕਲ ਰਹੀ ਹੈ, ਅੰਦਰੋਂ ਰੋ ਰਿਹਾ ਏ ਭਾਵਨਾ ਦੇ ਨਾਲ। ਕੀ ਕਹਿੰਦਾ? ਭੇਜ ਕੇ ਫੜਿਓ, ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ
ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ, ਸਾਨੂੰ ਮਾਰ ਕੇ ਜੁਦਾਈਆਂ ਵਾਲੇ ਤੀਰ। ਆਪ ਕਿੱਥੇ ਜਾ ਕੇ ਬਹਿ ਗਿਓ। ਕੋਈ ਦੱਸ ਤਾਂ ਪੈਂਦੀ ਹੈ ਤੇਰੇ ਦੇਸ਼ ਦੀ, ਕੋਈ ਦੱਸ ਤਾਂ ਪੈਂਦੀ ਹੈ ਤੇਰੇ ਦੇਸ਼ ਦੀ। ਕੋਈ ਦੱਸ ਤਾਂ ਪੈਂਦੀ ਹੈ ਤੇਰੇ ਦੇਸ਼ ਦੀ। ਕੋਈ ਦੱਸ ਤਾਂ ਪੈਂਦੀ ਹੈ ਤੇਰੇ ਦੇਸ਼ ਦੀ। ਦਿਲ ਕਰ ਪੀਂਦਾ ਜੀ, ਮਾਫ ਕਰਿਓ ਕਿਉਂਕਿ ਲਾਈਵ ਮਰਜ਼ਾਦਾ ਜੀ, ਕਈ ਕਹਿੰਦੇ ਨਹੀਂ, ਉਹ ਫਿਰ ਅੰਦਰ ਦੀ ਆਵਾਜ਼ ਦੀ ਪੜ੍ਹਨਾ ਚਾਹੀਦਾ। ਰਾਏ ਬੁਲਾਰ ਪਿਆਰ ਕਰਦਾ ਹੈ, ਅੰਦਰੋਂ ਹਿਰਦਾ ਭਿੱਜਾ ਪਿਆ ਏ। ਭਾਈ ਮਰਦਾਨੇ ਨੂੰ ਕਹਿੰਦਾ ਕਿੱਥੇ ਮੇਰਾ ਬਾਬਾ, ਕਿਹੋ ਜਿਹਾ ਬਾਣਾ ਧਾਰਨ ਕੀਤਾ ਤੇ ਕੀ ਕਰਦਾ ਏ। ਭਾਈ ਮਰਦਾਨਾ ਕਹਿੰਦੇ ਇਸ ਵੇਲੇ ਏਮਨਾਬਾਦ ਦੀ ਧਰਤੀ ਤੇ ਤੇਰਾ ਬਾਬਾ ਬੈਠਾ ਏ, ਖੁਦਾ ਵਾਲਾ ਉਹਨੇ ਰੂਪ ਧਾਰਿਆ ਈ ਤੇ ਸਾਰੀਆਂ ਕਲਾਂ ਦੇ ਵਿੱਚ ਨਿਪੁੰਨ ਹੈ। ਬੈਠ ਗਿਆ, ਕਹਿੰਦਾ ਬਸ ਤੂੰ ਸੁਣਾਈ ਜਾ ਤੇ ਮੈਂ ਸੁਣੀ ਜਾਂਦਾ ਹਾਂ। ਦੋਹਰਾ ਬਿਰਧ ਭਈ ਮਾਮ ਦੇਹ ਅਬ, ਮਰਦਾਨਾ ਸੁਨ ਬੈਨ। ਰਾਏ ਬੁਲਾਰ ਕਹਿੰਦਾ ਪੁੱਤ ਮਰਦਾਨੇ ਨੂੰ, ਕਿਉਂਕਿ ਬਹੁਤ ਵੱਡੇ ਨੇ ਉਮਰ ਵਿੱਚ, ਕਹਿੰਦੇ ਪੁੱਤਰ ਮੇਰਾ ਸਰੀਰ ਹੁਣ ਬਿਰਧ ਹੋ ਗਿਆ। ਸੱਚੀ ਗੱਲ, ਜਿਹਨੂੰ ਕੋਈ ਆਪਣੇ ਦਾਦੇ ਦਾਦੀਆਂ ਜਾਂ ਕੋਈ ਹੈ ਨਾ, ਜਿਨ੍ਹਾਂ ਦੇ ਮੈਂ ਤਾਂ ਕਹਿੰਦਾ ਹੈਗੇ ਆ ਕਰਮਾਂ ਵਾਲੇ ਆ ਤੁਸੀਂ, ਜਿਨ੍ਹਾਂ ਦੇ ਵੱਡੇ ਹੈਗੇ ਨਾ, ਰੱਜ ਕੇ ਸੇਵਾ ਕਰ ਲਓ। ਇਹ ਸਭ ਕੁਝ ਮਿਲ ਜਾਣਾ, ਵੀਜੇ ਗੱਡੀਆਂ ਸੋਨਾ ਚਾਂਦੀ, ਇਹ ਨਹੀਂ ਮਿਲਨੇ, ਇਹ ਨਹੀਂ ਮਿਲਨੇ। ਤੇ ਪਿਆਰਿਓ ਗੁਰੂ ਨਾਲ ਜੋੜੋ ਬੱਚਿਆਂ ਨੂੰ। ਆ ਮੈਂ ਕਈ ਦਾਦੀਆਂ ਦਾਦੇ ਵੀ ਵੇਖੇ ਕਥਾ ਕੀਰਤਨ ਵਾਲੇ ਨੂੰ ਭਾਵੇਂ 10 ਵੀ ਨਾ ਦੇਣ, ਇਹ ਪਾਰਟੀ 'ਚ ਆਪਣੇ ਪੋਤਿਆਂ ਦੇ ਵਿਆਹ ਤੇ 5-5 20-20 25-25 ਹਜ਼ਾਰ ਸੁੱਟਦੇ। ਕਮਲਿਓ ਚੰਗੇ ਥਾਂ ਬੱਚੇ ਬਿਠਾਓ, ਤੁਹਾਨੂੰ ਕਿਤੇ ਪੁੱਛਣ, ਤੁਸੀਂ ਵੀ ਉਹਨਾਂ ਦੇ ਨਾਲ ਰਲ ਜਾਂਦੇ ਹੈ। ਕਈ ਬਜ਼ੁਰਗ ਪਤਾ ਕੀ ਕਹਿਣਗੇ, ਪੁੱਤ ਮੈਂ ਤੇਰੇ ਵਿਆਹ ਕਰਕੇ ਨਾ 5 ਸਾਲਾਂ ਦੇ ਪੈਸੇ ਜੋੜੇ। ਮੈਂ ਕਿਹਾ ਜਿੱਦਣ ਮੇਰੀ ਪੋਤੀ ਦਾ ਵਿਆਹ ਉਹ ਮੈਂ ਸਾਰੇ ਸੁੱਟਨੇ ਆ ਹੈ, ਖੂਹ 'ਚ ਪਾਉਣੇ ਤੂੰ, ਨਾਲੇ ਆਪ ਰੋੜੇਂਗੀ, ਨਾਲੇ ਆਪਦੀ ਕਮਾਈ ਰੋੜੇਂਗੀ, ਨਾਲੇ ਬੱਚਿਆਂ ਨੂੰ ਰੋੜੇਂਗੀ। ਹੁਣ ਅੱਜ ਉਹ ਨੌਜਵਾਨ ਚਲੇ ਗਿਆ ਹੈ ਨਾ, ਉਹਦੀ ਮਾਂ ਨੂੰ ਹੁਣ ਜਾ ਕੇ ਕੋਈ ਪੁੱਛੇ ਕਿੰਨਾ ਪਛਤਾਉਂਦੀ ਹੋਊਗੀ ਕਿ ਮੈਂ ਆਪਦੇ ਪੁੱਤ ਨੂੰ ਗਾਉਣ ਵਾਲਾ ਨਾ ਬਣਾਵਾਂ। ਹੁਣ ਸਾਰਿਆਂ ਭੁੱਲ ਜਾਣਾ, ਠੰਡੇ ਹੋ ਕੇ ਬਹਿ ਗਏ ਨੱਚ ਟੱਪ ਕੇ। ਹੁਣ ਉਹਨੂੰ ਹਨੇਰ ਪੈਂਦਾ ਹੋਣਾ ਐਡਾ ਘਰ, ਤੇ ਰਾਤ ਪੈਂਦੀ ਹੋਣੀ ਜਦੋਂ, ਤੇ ਹੌਲ ਪੈਂਦੀ ਹੋਣੀ ਵੀ ਮੇਰਾ ਪੁੱਤ ਆ ਜੀ। ਉਹ 4 ਦਿਨ ਤੇ ਸਾਰਿਆਂ ਨੇ ਦੁੱਖ ਵੰਡਾਇਆ, ਮੁੜ ਕੇ ਨਹੀਂ ਨਾ ਕੋਈ ਪੁੱਛਦਾ। ਤੇ ਜੇ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਆਪਾਂ ਕਥਾ ਕੀਰਤਨ 'ਚ ਚੰਗੇ ਬੰਨੇ ਲਾਈਏ, ਤੇ ਆਪੇ ਆਪਾਂ ਨਾ ਕਿਸੇ ਨਾਲ ਦੁਸ਼ਮਣੀ ਪਵੇ, ਨਾ ਕਿਸੇ ਨੂੰ ਮਾੜਾ ਕਰੀਏ। ਹਾਂਜੀ, ਗੁਸਤਾਖੀ ਮਾਫ ਕਰਿਓ ਜੀ, ਗਲਤ ਹੋ। ਤੇ ਗੁਰੂ ਪਾਤਸ਼ਾਹ ਮਾਰੇ ਕਿਰਪਾ ਕਰਦੇ, ਰਾਏ ਬੁਲਾਰ ਜੀ ਬਿਰਧ ਹੋ ਗਏ। ਤੇ ਮਰਦਾਨੇ ਨੂੰ ਕਹਿੰਦੇ ਪੁੱਤਰ ਮਰਦਾਨਾ ਮੇਰੇ ਬਚਨ ਸੁਣ ਲਾ ਧਿਆਨ ਨਾਲ, ਮੇਰੀ ਦੇਹੀ ਹੋ ਗਈ ਹੁਣ ਬਜ਼ੁਰਗ, ਹੁਣ ਮੇਰੇ ਤੋਂ ਨਾ ਤੁਰਿਆ ਹੀ ਜਾਂਦਾ ਹੀ,
ਤੇ ਨਾ ਰੋਇਆ ਹੀ ਜਾਂਦਾ ਹੀ, ਆਖੋ ਵਾਹਿਗੁਰੂ। ਹੁਣ ਮੈਂ ਕੰਢੇ ਤੇ ਰੁਕਣਾ ਹੀ ਆ ਤੇ ਬਰਦਾਨਿਆਂ ਪ੍ਰੇਮ ਨਾਲ ਲਾਗੇ ਬਹਾ ਕੇ ਨਾ, ਜਿੱਦਾਂ ਬਜ਼ੁਰਗ ਸਮਝਾਉਂਦੇ ਹੁੰਦੇ, ਮੋਢੇ ਤੇ ਹੱਥ ਰੱਖ ਕੇ, ਕਈਆਂ ਦੇ ਬਜ਼ੁਰਗ ਘਰਾਂ 'ਚ ਆ, ਉਹਨਾਂ ਕਹਿਣਾ ਪੁੱਤ ਇੱਦਾਂ ਕਰਿਓ, ਪੁੱਤ ਇੱਦਾਂ। ਮੈਂ ਕਿਹਨਾਂ ਕਰਮ ਵਾਲੇ ਹੋ, ਜਿਹਨੇ ਇਹ ਦੌਲਤਾਂ ਸਾਂਭ ਲਈਆਂ ਨਾ, ਉਹਨੇ ਸਭ ਕੁਝ ਸਾਂਭ ਲਿਆ। ਮਾਂ ਦੀਆਂ ਸੀਸਾਂ ਰਾਜ ਬਹਾਵਣ, ਮਾਂ ਦੀਆਂ ਸੀਸਾਂ ਦੇਵਨ ਮੁਲਕ। ਮਾਂ ਇਦਾਂ ਦੀ ਹੁੰਦੀ। ਅਸੀਂ ਵੀ ਗਰੀਬੀ ਵੇਖੀ, ਕਿ ਗਵਾਂਢੀਆਂ ਨੂੰ ਵੇਖ ਕੇ ਕਹਿਣਾ ਮਾਂ ਉਹਨਾਂ ਦੇ ਬੱਚਿਆਂ ਨੇ ਨਵੇਂ ਕੱਪੜੇ ਲੈਣ, ਕਹਿਣਾ ਪੁੱਤ ਤੈਨੂੰ ਇੱਕ ਦਿਨ ਇਦਾਂ ਦੇ ਮਿਲਣੇ, ਉੱਦਾਂ ਦੇ ਕਿਸੇ ਨਹੀਂ ਪਾਉਣੇ। ਸੱਚਾਈ ਹੈ। ਫਿਰ ਕਹਿਣਾ ਮਾਂ ਜੋ ਉਹਨਾਂ ਨੇ ਇਦਾਂ ਸਬਜ਼ੀ ਬਣਾਈ, ਉਹਨਾਂ ਇਦਾਂ ਚੀਜ਼ਾਂ ਲਿਆਂਦੀਆਂ, ਆਪਣੇ ਘਰ ਚਾਰ ਹੀ ਆ। ਕਹਿਣਾ ਲੈ ਉਹ ਤੇ ਐਵੇਂ ਹੀ ਆ, ਸਾਰਾ ਕੁਝ ਤੇ ਚਾਰ 'ਚ ਹੀ ਆ। ਜਿੰਨਾ ਹੰਡਾਇਆ ਹੋਵੇ ਨਾ ਚੇਤਾ ਆ ਜਾਏ। ਇਹ ਵਾਕਈ ਉਹ ਸੀਸਾਂ ਮਾਂ ਦੀਆਂ ਰਾਜ ਤੇ ਤਖਤ ਦਵਾਉਂਦੀਆਂ। ਇਸ ਸਿਆਣੇ ਕਹਿੰਦੇ ਜਿਹਨੇ ਮਾਂ ਪਿਓ ਤਾਇਆ ਉਹਨੇ। ਬੋਲਦੇ ਹੁਣ ਕਿ ਡਰ ਲੱਗਦਾ ਜੀ ਹੈ, ਤੁਸੀਂ ਤਾਂ ਧੱਕੇ ਦੇਣ ਤੇ ਹੋਏ ਵਿੱਚੇ ਮੈਂ ਓਏ ਕਿਤੇ ਚੋਰੀ ਛੱਪੀ, ਇਹ ਸਾਰਿਆਂ ਤੋਂ ਪੰਗਾ ਵਾ। ਮੈਂ ਕਥਾ 'ਚ ਤਾਂ ਕਿ ਨਾ ਭਲਾ ਜੇ ਅੱਜ ਬੀਬੀਆਂ ਇਦਾਂ ਦੀਆਂ ਆ ਗਈਆਂ, ਧਰਮ ਸੰਕਟ 'ਚ ਪਾਤਾ ਕਰਦੇ। ਅਗਲੀ ਕਹਿੰਦੀ ਇੱਕ ਚੀਜ਼ ਰੱਖ ਲਾ ਭਾਊ ਓਏ, ਜਾਂ ਤੇ ਆਪਦੀ ਮਾਂ ਨੂੰ ਰੱਖ ਲਾ, ਤੇ ਜਾਂ ਹੁਣ ਉਹ ਕੀ ਕਰੂ। ਇੱਕ ਮਿੰਟ ਲਈ ਸੋਚਿਓ ਭੈਣੋ, ਤੁਸੀਂ ਬੰਦੇ ਦੀ ਥਾਂ ਤੇ ਤੁਸੀਂ ਉਹ ਕੀ ਕਰੋਗੀਆਂ। ਜੱਬ ਫੜਾ ਛੱਡਿਆ ਗੁਰੂ ਨੂੰ ਛੱਡ ਕੇ, ਇਹ ਇੱਕ ਜਾਣੇ ਨੂੰ ਰੱਖ ਲਾ, ਜਾਂ ਮਾਂ ਰੱਖ ਲਾ, ਜਾਂ ਮੈਨੂੰ। ਤੇ ਬੰਦਾ ਵਿਚਾਰਾ ਹੁਣ ਫਸ ਗਿਆ, ਉਹਨੂੰ ਮਾਂ ਵੀ ਚਾਹੀਦੀ ਆ ਤੇ ਪਰਿਵਾਰ ਵੀ ਚਾਹੀਦਾ। ਤੇ ਇੰਨਾ ਪਸਾਉਂਦੀਆਂ ਨਾ ਬੰਦੇ ਨੂੰ, ਗੁੱਸਾ ਨਾ ਕੋਈ ਕਰੇ ਮੇਰਾ। ਇਹ ਅੱਜ ਆਪਾਂ ਕਰਦੇ ਭਲਕੇ, ਜਿਹੜੇ ਜੰਮੇ ਇਹਨਾਂ ਨੇ ਵੀ ਇਦਾਂ ਹੀ ਕਰਨਾ। ਬੰਦਾ ਧਰਮ ਸੰਕਟ 'ਚ ਫਸ ਜਾਂਦਾ ਜੀ। ਹੁਣ ਜੇ ਮਾਂ ਨੂੰ ਰੱਖਦਾ, ਮਾਂ ਹੋਰ 4 ਸਾਲਾਂ ਨੂੰ ਮੁੱਕ ਜਾਣੀ, ਤੇ ਫਿਰ ਆਪਦਾ ਕੁਝ ਨਹੀਂ ਦੀਦਾ। ਮੈਂ ਕਿੱਧਰ ਜਾਊਂ, ਭਲਕੇ ਮੈਨੂੰ ਕਿਹਨੇ ਸਾਹਮਣਾ। ਤੇ ਜੇ ਹੁਣ ਘਰ ਦੀ ਨੂੰ ਚੁਣਦਾ ਵਾ ਤੇ ਮਾਂ ਪਿਓ ਜਾਂਦੇ, ਜੇ ਭਲਕੇ ਕੁਝ ਹੋ ਗਿਆ ਸਾਰੀ ਜ਼ਿੰਦਗੀ ਸੋਚਾਂ 'ਚ ਡੁੱਬ ਜਾਣਾ ਵੀ ਮੇਰੇ ਤੋਂ ਸੇਵਾ ਨਹੀਂ ਹੋ ਸਕੀ, ਮੇਰੇ ਤੋਂ ਦਿੱਤਾ ਨਹੀਂ ਗਿਆ। ਐਸੀ ਸਥਿਤੀ ਵਿੱਚ ਨਹੀਂ ਪਾਉਣਾ ਚਾਹੀਦਾ ਰੱਬ ਕਰਕੇ, ਕਿਉਂਕਿ ਬੰਦਾ ਮਜਬੂਰ ਹੋ ਜਾਂਦਾ। ਕਿਉਂਕਿ 70% ਲੋਕ ਫਿਰ ਮਾਂ ਤੇ ਘਰ ਵਾਲੀ 'ਚੋਂ ਆਪਣੀ ਪਤਨੀ ਨੂੰ ਚੁਣਦੇ। ਉਹਦਾ ਕਾਰਨ ਪਤਾ ਕੀ? ਕਿਉਂਕਿ ਅਸੀਂ ਪਾਸਟ, ਫਿਊਚਰ, ਪ੍ਰੈਜ਼ੈਂਟ, ਭੂਤ, ਭਵਿੱਖ ਤੇ ਵਰਤਮਾਨ 'ਚ ਜੀ ਰਹੇ ਹਾਂ। ਹਰ ਬੰਦਾ ਕਹਿੰਦਾ ਬੇਬੇ ਤੇ 80 ਦੀ ਹੋਈ ਆ, ਇਹਨੇ ਹੋਰ 10 ਸਾਲਾਂ ਨੂੰ ਮੁੱਕ ਜਾਣਾ, ਮੈਂ ਕਿੱਧਰ ਜਾਵਾਂ। ਉਹ ਫਿਰ ਆਪਣੀ ਪਤਨੀ ਦੇ ਬੱਚਿਆਂ ਨੂੰ ਚੁਣ ਲੈਂਦਾ ਤੇ ਉਹਨੂੰ ਕਹਿੰਦਾ ਬੇਬੇ ਕਿਤੇ ਗੁਜ਼ਾਰਾ। ਆਉਣ ਵਾਲਾ ਸਮਾਂ ਇਦੋਂ ਵੀ ਮਾੜਾ ਏ, ਕਿਉਂਕਿ ਗੁਰਮਤਿ ਨਾਲੋਂ ਟੁੱਟ ਗਏ ਆ। ਜਿੰਨੇ ਬੱਚੇ ਬੱਚੀਆਂ ਕਥਾ ਸੁਣਦੇ ਆ, ਕੋਈ ਨਾ ਕੋਈ ਫਰਕ ਪਊਗਾ ਹੀ। ਕਹਿਣਗੇ ਭਾਈ ਸਾਹਿਬ ਨੇ ਕਥਾ ਕੀਤੀ ਹੈ, ਅੱਜ ਤੁਸੀਂ ਕਸੂਰ ਤੁਹਾਡਾ ਵੀ ਆ। ਇਹ ਤੁਸੀਂ 50-60 ਸਾਲਾਂ ਦੇ ਜੋੜੇ ਆ ਨਾ, ਥੋੜੇ ਥੋੜੇ ਚੰਗੇ ਬੰਨੇ ਨਹੀਂ ਲਾਉਂਦੇ। ਇਹ ਤੁਹਾਨੂੰ ਆਪੇ ਬੀਜ ਮਾਰੇ। ਕਹਿੰਦੇ ਨਾ ਬਾਬਾ ਫਰੀਦ ਸਾਹਿਬ, ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ ਹੰਡੈ ਉਨਕ ਤਾਈਂ ਦਾ, ਪੈਂਦਾ ਲੋੜੈ ਪੱਟ। ਤੇ ਬੀਬੀਆਂ ਸ਼ਬਦ ਵੀ ਪੜ੍ਹਦੀਆਂ ਹੁੰਦੀਆਂ ਸੀ, ਕਿੱਥੋਂ ਭਾਲਦਾ ਬਦੌਰ ਦੀਆਂ ਨਾਖਾਂ ਤੇ ਕਿੱਕਰਾਂ ਦੇ। ਤੇ ਬੀਜ ਆਪੇ ਬੀਜੇ। ਤੇ ਹੁਣ ਕਹਿੰਦੇ ਸਾਡੇ ਬੱਚੇ ਪੁੱਛਦੇ ਨਹੀਂ, ਤੇ ਬੱਚਿਆਂ ਨੂੰ ਗੁਰਦੁਆਰੇ ਲਿਆਂਦਾ ਨਹੀਂ ਕਿਤੇ ਕਥਾ ਕੀਰਤਨ ਤੇ ਬਿਠਾਇਆ ਨਹੀਂ, ਹੈ ਨਾ। ਧੰਨ ਬਾਪੂ ਰਾਏ ਬੁਲਾ ਕਹਿੰਦੇ ਮਰਦਾਨਾ ਪੁੱਤ ਮੇਰੇ ਨੇੜੇ ਹੋ ਜਾ, ਮੇਰੀਆਂ ਧਿਆਨ ਨਾਲ ਗੱਲਾਂ ਸੁਣੀ, ਬਕਾਇਦਾ ਲਿਖ ਲਾ। ਮੇਰੇ ਨਾਨਕ ਨੂੰ ਇੱਕ ਇੱਕ ਗੱਲ ਜਾ ਕੇ ਦੱਸਦੀ ਵੀ ਤੇਰਾ ਪਿਆਰਾ ਬਿਰਧ ਹੋ ਗਿਆ। ਇਹ ਅਵਸਥਾ ਹੀ ਇਦਾਂ ਦੀ ਸੰਗਤ। ਤੇ ਬੱਚੇ ਤੇ ਬੁੱਢੇ ਇੱਕੋ ਜਿਹੇ ਪਤਾ ਕਿਉਂ ਹੁੰਦੇ ਆ? ਕਿਉਂਕਿ ਜਦੋਂ ਬੱਚਾ ਹੁੰਦਾ ਬੱਚੇ ਨੂੰ ਸਮਝ ਨਹੀਂ, ਜਦੋਂ ਬੰਦਾ ਬਿਰਧ ਹੋ ਜਾਂਦਾ ਨਾ, ਉਹ ਵੀ ਬੱਚਿਆਂ ਵਰਗਾ ਹੀ ਹੋ ਜਾਂਦਾ। ਇਹ ਸੱਚਾਈ ਹੈ, ਸੱਚਾਈ ਹੈ। ਕਿਤੇ ਮਾਂ ਪਿਓ ਨੂੰ, ਬੱਚਿਆਂ ਨੂੰ ਮਾਂ ਪਿਓ ਪਾਲਦਾ ਵਾ, ਜਦੋਂ ਬਿਰਧ ਹੋ ਜਾਂਦਾ ਫਿਰ ਬੱਚੇ ਮਾਂ ਪਿਓ ਨੂੰ ਪਾਲਣਾ ਕਰਦੇ ਆ। ਹੋ ਸਕਦਾ ਵੀ ਉਹਨੇ ਤੇ ਤੈਨੂੰ ਪਾਲਤਾ ਹੋਵੇ, ਤੂੰ ਇੱਕ ਦਿਨ ਵੀ ਨਹੀਂ ਪਾਲ ਸਕਦਾ। ਰੱਬ ਕਰੇ ਚੱਲਦਿਆਂ ਫਿਰਦਿਆਂ ਨੂੰ ਲੈ ਜੇ। ਇਹ ਸੱਚਾਈ ਹੈ। ਇੱਕ ਮਾਂ ਰੋਜ਼ ਸਾਂਭਦੀ ਹੈ, 3-4 ਸਾਲਾਂ ਤੱਕ ਗੰਦ ਮੂਤ ਧੋਂਦੀ ਹੈ। ਉਹੀ ਮਾਂ ਬੁੱਢੇ ਬਾਰੇ ਮੰਜੀ ਤੇ ਪਏ, ਇੱਕ ਦਿਨ ਧੋਣਾ ਪਿਆ, ਕਹਿੰਦਾ ਸਾਡੇ ਪਾ ਦਾ ਵਕਤ ਪਾ ਦਾ। ਕਹਿੰਦਾ ਚੇਤਾ ਕਰ, ਤੂੰ ਤੇ 3-3 ਵਾਰੀ ਬਿਸਤਰਾ ਲਪੇਟਦਾ ਸੀ ਰਾਤ ਨੂੰ, ਤੇ ਇਹਦੇ ਮੱਥੇ ਤੇ ਤੇੜੀ ਨਹੀਂ ਸੀ ਆਉਂਦੀ। ਤੇ ਜਦੋਂ ਵੀ ਬੱਚਾ ਗੰਦਾ ਲਿਬੜਿਆ ਤਿਬੜਿਆ ਹੋਵੇ, ਕੋਈ ਘਰ ਦਾ ਮੈਂਬਰ ਹੱਥ ਨਹੀਂ ਲਾਊਗਾ।
ਕਹਿਣਗੇ ਚੁੱਕੋ ਇਹਨੂੰ, ਫੜੋ ਇਹਨੂੰ। ਮਾਂ ਆਊਗੀ, ਗੰਦਗੀ ਧੋਊਗੀ, ਨਵਾ ਕੇ ਪਾਊਡਰ ਪਾਊ, ਫਿਰ ਸਾਰੇ ਕਹਿਣਗੇ ਮੈਨੂੰ ਫੜਾ ਦਿਓ, ਮੈਨੂੰ ਫੜਾ ਦਿਓ। ਇਹ ਸੋਹਣਿਆਂ ਦੀ ਯਾਰ ਹੈ ਦੁਨੀਆ। ਤੇ ਤਾਂ ਕਰਕੇ ਬਾਬਾ ਰਾਏ ਬੁਲਾਰ ਕਹਿੰਦੇ ਬਿਰਧ ਪਈ ਮਮ ਦੇਹ ਆਬ, ਮਰਦਾਨਾ ਸੁਣ ਬੈਣ। ਪੁੱਤਰ ਮਰਦਾਨੇ, ਮੈਂ ਬਿਰਧ ਹੋ ਗਿਆ ਹਾਂ। ਐਸੇ ਦਰਸ਼ਨ ਹੋ ਕਰੋ ਸ੍ਰੀ ਮੁਖ ਕਰੁਣੈਨ। ਕਿਵੇਂ ਮੇਰਾ ਬੜਾ ਜੀ ਕਰਦਾ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨ ਹੋ ਜਾਣ ਕਿਤੇ। ਹੁਣ ਮੈਨੂੰ ਕੁਛ ਨਹੀਂ ਚਾਹੀਦਾ, ਅੰਦਰ ਨਾਲ ਹੀ ਉਬਲ ਪਿਆ। ਤੁਸੀਂ ਕਿਸੇ ਨੂੰ ਪਿਆਰ ਕੀਤਾ ਹੋਵੇ ਨਾ, ਅੱਖਾਂ ਤੋਲੇ ਹੋਵੇ, ਤੇ ਵੇਖਿਓ ਕੀ ਬਣਦਾ। ਉਹਨਾਂ ਗੁਰੂ ਨੂੰ ਪਿਆਰ ਕੀਤਾ ਸੀ ਇੱਕ ਘੜੀ ਨਾ। ਇਸ ਕਰਕੇ ਬਾਪੂ ਜੀ ਰਾਏ ਬੁਲਾਰ ਜੀ ਕਹਿੰਦੇ ਮੇਰਾ ਬੜਾ ਜੀ ਕਰਦਾ ਕਿਤੇ ਬਾਬਾ ਭੋਰੀ ਦਰਸ਼ਨ ਦੀ, ਥੋੜੇ ਜਿਹੇ ਦਰਸ਼ਨ ਦੇ ਦੇਣ। ਚੌਪਈ ਚਿਤ ਚਕੋਰ ਕੋ ਚਾਹੇ ਵਿਸਾਲਾ। ਕਹਿੰਦੇ ਹਨ ਕਿ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਿੱਦਾਂ ਕਹਿੰਦੇ ਚਕੋਰ ਚੰਦਰਮਾ ਨੂੰ ਵੇਖਦੀ ਮਰਦੀ ਹੈ। ਭਾਵ ਕਹਿੰਦੇ ਜਦੋਂ ਚੰਦਰਮਾ ਨਿਕਲਦਾ ਨਾ, ਮੈਂ ਤਾਂ ਚਕੋਰ ਵੇਖੀ ਨਹੀਂ ਜੀ, ਤੁਸੀਂ ਵੇਖੀ ਹੋਵੇ, ਕਿਉਂਕਿ ਜੀਵ ਤੁਰ ਜਾਂਦੇ ਸਾਰੇ। ਕਹਿੰਦੇ ਆ ਵੀ ਜਦੋਂ ਚੰਦਰਮਾ ਚੜ੍ਹਦਾ ਤੇ ਐਦਾਂ ਉਹਦੇ ਵੱਲ ਵੇਂਦੀ ਏ ਤੇ ਸਮਾਧੀ ਲਾ ਲੈਂਦੀ ਆ, ਤੇ ਕੱਲੀ ਧੌਣ ਹੀ ਘੁਮਾਉਂਦੀ ਆ, ਸਰੀਰ ਨਹੀਂ ਹਿਲਾਉਂਦੀ। ਜਿੱਧਰ ਨੂੰ ਚੰਦਰਮਾ ਉੱਧਰ ਹੀ ਇੱਦਾਂ ਧੌਣ ਘੁੰਮਦੀ ਜਾਂਦੀ ਹੈ ਜੀ। ਤੋ ਇੰਨਾ ਪਿਆਰ ਹੈ ਉਹਦੇ ਵਿੱਚ ਚੰਦਰਮਾ ਵਾਸਤੇ। ਕਵੀ ਰਾਜ ਜੀ ਕਹਿੰਦੇ ਮਾਨੋ ਅੱਜ ਚਕੋਰ ਰਾਏ ਬੁਲਾਰ ਹੈ ਤੇ ਚੰਦਰਮਾ ਗੁਰੂ ਨਾਨਕ ਹਨ। ਰੰਗ ਸਸ ਦਰਸ ਦਇਆਲਾ। ਕਹਿੰਦੇ ਹਨ ਕਿ ਮਹਾਰਾਜ ਕਿਤੇ ਪੂਰਨਮਾਸੀ ਦਾ ਚੰਦਰਮਾ ਬਣ ਕੇ ਆ ਜਾ, ਮੈਂ ਰੱਜ ਰੱਜ ਕੇ ਤੇਰੇ ਦੀਦਾਰ ਕਰ ਲਵਾਂ। ਚਿਤ ਚਾਤ੍ਰਿਕ ਸਕੋ ਸ਼ਵਾਂਤ ਸਰੂਪ, ਮਨ ਮਲਿੰਦ ਪਦ ਕੰਜ ਅਨੂਪ। ਕਹਿੰਦੇ ਹਨ ਕਿ ਜਿਸ ਤਰ੍ਹਾਂ ਇੱਕ ਚਾਤ੍ਰਿਕ ਬਬੀਹਾ ਸਵੰਤੀ ਬੂੰਦ ਨੂੰ ਪ੍ਰਿਓ 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 ਕਰਕੇ ਵਾਜਾਂ ਮਾਰਦਾ ਏ। ਕਹਿੰਦੇ ਰਾਏ ਬੁਲਾਰ ਵੀ ਕਹਿੰਦਾ ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਸਾਰੇ ਪੜੋ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਦਰਸ ਤੇਰੇ ਕੀ ਪਿਆਸ ਮਨ ਲਾਗੀ, ਦਰਸ ਤੇਰੇ ਕੀ ਪਿਆਸ ਮਨ ਲਾਗੀ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਦਰਸ ਤੇਰੇ ਕੀ ਪਿਆਸ ਮਨ ਲਾਗੀ। ਕਰਮਾਂ ਵਾਲਿਓ ਏਦਾਂ ਦੀ ਅਵਸਥਾ ਬਣਾਓ, ਏਦਾਂ ਦੀ ਅਵਸਥਾ ਕਿ ਸਾਨੂੰ ਪਿਆਸ ਲੱਗ ਜੇ। ਜਿੱਦਣ ਦਰਸ਼ਨਾਂ ਦੀ ਪਿਆਸ ਲੱਗ ਗਈ ਉਦੋਂ ਸਾਰੀਆਂ ਭੁੱਖਾਂ ਸਾਚੇ ਨਾਮ ਕੀ ਭੁੱਖ ਹੈ। ਕਹਿੰਦੇ ਸੱਚੇ ਨਾਮ ਦੀ ਭੁੱਖ ਨੇ ਸਾਰੀਆਂ ਭੁੱਖਾਂ ਹੀ ਖਾ ਲੈਣੀ। ਸੋਨੇ ਦੀ ਭੁੱਖ ਵੀ ਖਤਮ ਹੋ ਜਾਣੀ, ਪਾਉਣ ਨੂੰ ਜੀ ਨਹੀਂ ਕਰਨਾ। ਚਾਂਦੀ ਦੀ ਭੁੱਖ ਵੀ ਖਤਮ ਹੋ ਜਾਣੀ, ਰਿਸ਼ਤੇਦਾਰੀ ਦੀ ਭੁੱਖ ਵੀ, ਘਰ-ਬਾਰ ਸਾਰੀਆਂ ਭੁੱਖਾਂ ਬੰਦੇ ਨੂੰ ਸਤਾਈ ਜਾਂਦੀਆਂ। ਹੁਣ ਦੁਹੀ ਕਿਉਂ ਆਪਾਂ ਦੱਸੋ। ਸਵੇਰੇ ਵੀ ਬਚਨ ਕੀਤਾ ਸੀ ਵੀ ਚਿੰਤ ਖਟੋਲਾ ਵਾਣ ਦੁੱਖ ਵਿਰਹਿ ਵਿਛਾਵਣ। ਚਿੰਤਾ ਦਾ ਖਟੋਲਾ ਭਾਵ ਚਾਰ ਪਾਵੇ ਤੇ ਚਾਰ ਬਾਈਆਂ, ਤੇ ਵਾਣ ਕਾਹਦਾ ਦੁੱਖਾਂ ਦਾ, ਤੇ ਤਲਾਈ ਹੌਕਿਆਂ ਦੀ, ਤੇ ਉੱਤੇ ਪਏ ਆਪਾਂ ਸਾਰੇ। ਤੇ ਬਾਬਾ ਫਰੀਦ ਕਹਿੰਦਾ ਇਹੋ ਹਮਾਰਾ ਜੀਵਣਾ। ਇੱਕ ਵਾਰੀ ਥੱਲੇ ਆ ਕਹਿੰਦੇ ਕਿੱਥੇ ਵੀ ਬੈਠਾ ਮੈਨੂੰ ਮਿਲ ਸਹੀ। ਬਾਬਾ ਫਰੀਦ ਕਹਿੰਦੇ ਖੁਦਾ ਨੇ ਆ ਗਿਆ, ਮਿਲ ਪਿਆ। ਕਹਿੰਦਾ ਕੀ ਗੱਲ ਆ? ਰੌਲਾ ਪਾਇਆ ਫਰੀਦਾ, ਕੀ ਗੱਲ ਆ ਤੈਨੂੰ ਦੱਸ। ਬਾਬਾ ਫਰੀਦ ਸਾਹਿਬ ਕਹਿੰਦੇ ਆ ਤੈਨੂੰ ਤਰਸ ਨਹੀਂ ਆਉਂਦਾ ਸਾਰਿਆਂ ਤੇ? ਇਹ ਤੇਰੇ ਜੀ ਆ ਨਾ, ਤੂੰ ਜੀਆਂ ਕਾ ਤੇਰੇ ਹੋਏ।
ਤੂੰ ਉਹਨਾਂ ਕਾ ਵਾਹਿਗੁਰੂ ਤੇਰੇ ਹੋਏ। ਕਹਿੰਦੇ ਵੀ ਹਾਂ ਮੇਰੇ ਹੀ ਆ। ਕਹਿੰਦੇ ਫਿਰ ਇਹਨਾਂ ਨੂੰ ਵੇਨਾ ਕਿਉਂ ਨਹੀਂ ਤੂੰ? ਜਦੋਂ ਬੱਚਾ ਮੰਜੇ ਤੇ ਰੋਂਦਾ ਵਾ, ਭੁੱਖਾ ਤੇ ਆਇਆ, ਤੇ ਮਾਂ ਉਸੇ ਵੇਲੇ ਚੁੱਕਦੀ, ਤੇ ਤੂੰ ਕਿਉਂ ਨਹੀਂ ਚੁੱਕਦਾ? ਤੇ ਖੁਦਾ ਕਹਿੰਦਾ ਵੀ ਹੋਇਆ ਕੀ ਆ? ਬਾਬਾ ਫਰੀਦ ਕਹਿੰਦੇ ਇਹੋ ਹਮਾਰਾ। ਇੱਕ ਵਾਰੀ ਸਾਡੇ ਵੱਲ ਦੁਨੀਆਦਾਰੀ 'ਚ ਵੇਖ ਤੇ ਸਹੀ। ਤੇ ਮਹਾਰਾਜ ਕਹਿੰਦੇ ਮੈਂ ਵੇਖਿਆ ਵਾ, ਇਹ ਜਿੱਦਾਂ ਜਿੱਦਾਂ ਦੇ ਕਰਮ ਕੀਤੇ ਉਦਾਂ ਉਦਾਂ ਦੀ ਥਾਂ ਮਿਲੀ ਆ। ਹੁਣ ਤੁਹਾਨੂੰ ਪਿਆਰ ਆ। ਮੈਂ ਸਵੇਰੇ ਵੀ ਜ਼ਿਕਰ ਕੀਤਾ ਵੀ ਸਾਡੇ ਘਰ ਪ੍ਰਾਹੁਣੇ ਆਉਣੇ ਨਾ, ਬੰਦੇ ਨੂੰ ਪਤਾ ਲੱਗਦਾ ਅੱਜ ਮੇਰੀ ਭਾਬੋ ਨੇ ਆਉਣਾ, ਅੱਜ ਮੇਰੀ ਮਾਸੀ ਨੇ ਆਉਣਾ, ਅੱਜ ਮੇਰੀ ਭੂਆ ਨੇ। ਤੇ ਪਹਿਲਾਂ ਹੀ ਚਾਅ ਚੜ੍ਹਦਾ ਜਦੋਂ ਘਰੋਂ ਤੁਰਦੇ ਨਾ ਤੁਸੀਂ, ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਪਤਾ ਲੱਗਦਾ। ਜਿੱਥੋਂ ਵੀ ਤੁਸੀਂ ਚੱਲ ਕੇ ਆਉਣੇ ਨਾ, ਜਦੋਂ ਘਰੋਂ ਨਿਕਲ ਪੈਨੇ, ਪਤਾ ਨਹੀਂ ਕਿੰਨੇ ਕੁ ਖੁਸ਼ ਹੁੰਦੇ ਕਿਉਂਕਿ ਉਹਦੇ ਘਰ ਆਉਣੇ ਨਾ ਤੁਸੀਂ, ਮੇਰੇ ਥੋੜ੍ਹਾ ਆਉਣੇ ਆ। ਇੱਥੇ ਆਪਾਂ ਕਿਸੇ ਨੂੰ ਸਹਾਨ ਨਹੀਂ ਕਰਦੇ ਜਾਂ ਕਿਸੇ ਨੂੰ ਗਿਲਾ ਨਹੀਂ। ਇੱਥੇ ਬਾਪੂ ਦੇ ਘਰ ਹੈ, ਬਾਪੂ ਨੇ ਬੁਲਾਇਆ ਤੇ ਡੀਕਦਾ ਵੀ ਜਿਹਦਾ ਕੋਈ ਵੀ ਹੈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਬਹੁਤਾ ਪਿਆਰ ਕਰਦੇ ਆ। ਸਾਰੀਆਂ ਭੁੱਖਾਂ ਹੀ ਖਤਮ ਹੋ ਜਾਂਦੀਆਂ। ਬਾਬਾ ਫਰੀਦ ਸਾਹਿਬ ਕਹਿੰਦੇ ਚਿੰਤਾ ਦਾ ਮੰਜਾ, ਦੁੱਖਾਂ ਦਾ ਵਾਣ, ਹੌਕਿਆਂ ਦੀ ਤਲਾਈ, ਸਾਰੀ ਦੁਨੀਆ ਇਹਦੇ ਤੇ ਲੰਮੇ ਪਈ ਹੈ। ਨਾ ਚਿੰਤਾ ਹੀ ਮੁੱਕਦੀ, ਨਾ ਦੁੱਖ ਹੀ ਮੁੱਕਦੇ, ਤੇ ਨਾ ਹੌਕੇ ਹੀ ਮੁੱਕਦੇ। ਜਦੋਂ ਮੁੱਕਦਾ ਬੰਦਾ ਹੀ ਮੁੱਕਦਾ। ਇਸ ਕਰਕੇ ਉਹਨਾਂ ਤਰਲਾ ਜਿਹਾ ਮਾਰਿਆ ਵੀ ਇਹੋ ਹਮਾਰਾ ਤੂੰ ਸਾਹਿਬ। ਮਹਾਰਾਜ ਕਿਤੇ ਕਰ ਲੋ ਤਰਸ, ਮੰਜੀ ਤੋਂ ਠਾ ਲੋ। ਮੈਂ ਨਹੀਂ ਪੈਣਾ ਇਸ ਮੰਜੇ ਤੇ। ਬਾਬਾ ਫਰੀਦ ਸਾਹਿਬ ਕਹਿੰਦੇ ਮੈਨੂੰ ਇਸ ਮੰਜੇ ਤੋਂ ਚੁੱਕ ਕੇ ਆਪਣੀ ਗੋਦੀ 'ਚ ਬਿਠਾ। ਤੇ ਤੁਸੀਂ ਸਾਰੇ ਆਪਾਂ ਉਹ ਰੂਹਾਂ ਕਰਮਾਂ ਵਾਲੀਆਂ ਜਿਨ੍ਹਾਂ ਨੂੰ ਉਹ ਮੰਜੇ ਤੋਂ ਚੁੱਕ ਕੇ ਆ ਗਏ ਨਾ। ਤੁਸੀਂ 5 ਵਜੇ ਘਰੋਂ ਤੁਰ ਪੈਨੇ, ਕਈ ਸੰਗਤਾਂ 2 ਵਜੇ ਦੀਆਂ ਆਈਆਂ, 12 ਵਜੇ ਦੀਆਂ। ਉਹ ਮੰਜਾ ਘਰੇ ਵਿਛਿਆ, ਚਿੰਤਾ ਦਾ, ਦੁੱਖਾਂ ਦਾ ਤੇ ਹੌਕਿਆਂ ਦਾ, ਇਹ ਨਹੀਂ ਮੁੱਕਣੇ। ਇਹ ਮਹਾਰਾਜ ਦਾ ਸ਼ੁਕਰ ਕਰੋ ਵੀ ਤੁਹਾਨੂੰ ਉਸ ਕੁਝ ਸਮੇਂ ਲਈ ਉਹਨੇ, ਜਿੱਦਾਂ ਬੱਚਾ ਰੋਂਦਾ ਤੇ ਮਾਂ ਚੁੱਕ ਕੇ ਭੰਗੂੜੇ ਮੰਜੇ ਤੋਂ ਆਪਣੀ ਛਾਤੀ ਨਾ, ਉਹ ਚੁੱਪ ਕਰ ਜਾਂਦਾ ਏ। ਮੈਂ ਤੇ ਇਹ ਤੱਤ ਕੱਢਿਆ ਵੀ ਜਿੰਨਾ ਕੁ ਚਿਰ ਗੁਰੂ ਦੀ ਹਜ਼ੂਰੀ 'ਚ ਆ, ਉਹਨਾਂ ਚਿਰ ਗੁਰੂ ਮਾਂ ਪਿਓ ਬਣ ਕੇ ਛਾਤੀ ਨਾਲ ਲਾ ਕੇ ਬੈਠਾ ਵਾ। ਤੇ ਜਦੋਂ ਫੇਰ ਹੁਣ ਆਪਾਂ ਸਮਾਪਤੀ ਤੇ ਘਰ ਨੂੰ ਜਾਣਾ, ਫੇਰ ਮੰਜੇ ਤੇ ਪਾ ਦੇਣਾ, ਫੇਰ ਉਦਾਂ ਹੀ ਪ੍ਰੋਗਰਾਮ ਸ਼ੁਰੂ ਹੋ ਜਾਵੇਗਾ। ਕਰ ਮਰਦਾਨੇ ਕਾਰਜ ਮੇਰਾ, ਹੋਵਾਂ ਰਿਣੀ ਸਦਾ ਮੈਂ ਤੇਰਾ। ਵਾਹ ਓਏ ਬਾਬਾ ਰਾਏ ਬੁਲਾ। ਕਹਿੰਦੇ ਮਰਦਾਨੇ ਪੁੱਤਰਾ, ਸ਼ੇਰਾ ਮੇਰਾ ਕਾਰਜ ਕਰਦੇ, ਮੇਰੇ ਸਾਹ ਮੁੱਕਣ ਤੋਂ ਪਹਿਲਾਂ ਮੇਰੇ ਨਾਨਕ ਤਾਈ ਸੁਨੇਹਾ ਦੇ ਦੇ, ਤੇ ਹੋਵਾਂ ਰਿਣੀ ਸਦਾ ਮੈਂ ਤੇਰਾ, ਮੈਂ ਤੇਰਾ ਰਿਣੀ ਹੋ। ਤੁਹਾਡਾ ਸਭ ਤੋਂ ਅਸਲੀ ਰਿਸ਼ਤੇਦਾਰ ਕੌਣ ਹੈ? ਕੌਣ ਹੈ ਜੀ? ਤੁਹਾਡਾ ਸੱਚਾ ਤੇ ਸੁੱਚਾ ਅਸਲੀ ਰਿਸ਼ਤੇਦਾਰ ਕੌਣ ਹੈ? ਗੁਰੂ ਗ੍ਰੰਥ ਸਾਹਿਬ। ਤੇ ਗੁਰੂ ਗ੍ਰੰਥ ਸਾਹਿਬ ਨਾਲ ਗੱਲਾਂ ਤੁਹਾਨੂੰ ਕੌਣ ਕਰਾਉਂਦਾ? ਹਾਂਜੀ, ਗ੍ਰੰਥੀ ਸਿੰਘ। ਵੱਧ ਨਹੀਂ ਮੈਂ ਹੁਣ ਬੋਲਣਾ। ਸਾਰੀ ਜ਼ਿੰਦਗੀ 'ਚ ਸਭ ਨਾਲ ਵਰਤੋ, ਸਭ ਤੋਂ ਵੱਧ ਵਰਤਣਾ ਗੁਰੂ ਗ੍ਰੰਥ ਸਾਹਿਬ ਨਾਲ। ਤੇ ਜਿਹੜਾ ਤਾਬਿਆ ਬੇਟਾ ਤੁਹਾਡਾ ਉਹ ਆ, ਗੁੱਸਾ ਨਾ ਕਰਿਓ ਮੇਰਾ। ਠੀਕ ਆ, ਤੁਹਾਡੇ ਬੱਚੇ ਅੱਜ ਤਰੱਕੀਆਂ 'ਚ, ਵਿਦੇਸ਼ਾਂ 'ਚ, ਪਰ ਇੱਕ ਗੱਲ ਯਾਦ ਰੱਖਿਓ, ਉਹਨਾਂ ਵੀ ਮਜਬੂਰ ਹੋ ਜਾਣਾ। ਜਿੱਦਣ ਆਪਣਾ ਜਵਾਬ ਦੇ ਗਿਆ ਨਾ ਦਿਲ, ਉਹਨਾਂ ਵੀ 2 ਮਿੰਟ ਅੱਖਾਂ ਮਲ ਕੇ ਸਾਰੇ ਭੈਣ ਭਰਾਵਾਂ ਨੇ ਕਹਿਣਾ ਚਲੋ ਪੁੱਤ ਚੁੱਪ ਕਰੋ। ਸਾਰਿਆਂ ਨੇ ਹੁੰਦੀ ਹੈ, ਉਹਨਾਂ ਵੀ ਚੁੱਪ ਕਰ ਦੇਣਾ, ਪਰ ਤੇਰੀ ਬਾਂਹ ਉਦੋਂ ਫੜਨੀ, ਇੱਕ ਤੇ ਗੁਰੂ ਗ੍ਰੰਥ ਸਾਹਿਬ ਨੇ ਤੇ ਫੜਾਉਣੀ ਆ ਗ੍ਰੰਥੀ ਨੇ। ਤੇ ਦੋਵਾਂ ਦਾ ਤੂੰ ਸਾਰੀ ਜ਼ਿੰਦਗੀ ਬਾਈਕਾਟ ਕਰਦਾ ਰਿਹਾ, ਇੱਕ ਗੁਰੂ ਗ੍ਰੰਥ ਸਾਹਿਬ ਦਾ ਤੇ ਇੱਕ ਵਜ਼ੀਰ ਦਾ। ਅੱਜ ਮਾਫ ਕਰਿਓ, ਇੰਨਾ ਗਲਤ ਬੋਲਦੇ ਨਾ ਆਪਾਂ ਗ੍ਰੰਥੀ ਸਿੰਘ ਨੂੰ। ਇੱਥੇ ਤੇ ਕਿਰਪਾ, ਤੁਸੀਂ ਬੜਾ ਪਿਆਰ ਕਰਦੇ, ਮੈਂ ਤੁਹਾਡਾ ਦੇਣ ਨਹੀਂ। ਆਮ ਪਾਸੇ ਅਸੀਂ ਵੇਖੀਦਾ ਤੇ ਭਾਈ ਦੀ ਔਕਾਤ ਜਿਹੜੀ ਬਈਏ ਤੋਂ ਵੀ ਘਟਾਤੀ, ਕਿਉਂਕਿ ਇੱਕ ਭਈਆ 15,000 'ਚ ਗੋਹਾ ਸੁੱਟਦਾ, ਗੁਸਤਾਖੀ ਮਾਫ, ਤੇ ਗ੍ਰੰਥੀ ਕਿੰਨਾ 3500 'ਚ। 3500 ਨਾਲ ਕੀ ਬਣੂਗਾ? ਹੱਦ ਹੋ ਗਈ। ਕੁਝ ਕਰੂਆਂ ਜਾਗੀਆਂ ਹੈਗੀਆਂ ਜਿਨ੍ਹਾਂ ਨੇ ਵਾਕਿਆ ਹੀ ਮਾਣ ਸਨਮਾਨ ਦਿੱਤਾ, ਵਧੀਆ ਰੂਮ ਬਣਾ ਕੇ ਦਿੱਤੇ, ਏਸੀ ਲਾ ਕੇ ਦਿੱਤੇ, ਗੱਡੀ ਲੈ ਕੇ ਦਿੱਤੀ। ਸੰਗਤਾਂ ਕਹਿੰਦੀਆਂ ਬਾਬਾ ਜੀ ਦੱਸੋ ਕੋਈ ਲੋੜ ਹੋਵੇ। ਬਹੁਤ ਨਗਰ ਇੱਦਾਂ ਦੇ ਸੁਲਝੇ, ਪਰ 100 ਦੇ ਵਿੱਚੋਂ 5 ਹੋਣਗੇ, ਬਾਕੀ ਨਹੀਂ। ਇਹ ਦੋਵੇਂ ਤੁਹਾਡੇ ਅਸਲੀ ਰਿਸ਼ਤੇਦਾਰ ਹੈ, ਇੱਕ ਵਜ਼ੀਰ ਤੇ ਦੂਜਾ ਗੁਰੂ। ਇਸ ਕਰਕੇ ਜਿੱਥੇ ਆਪਾਂ ਮਾਸੀਆਂ, ਚਾਚੀਆਂ, ਭੈਣਾਂ, ਭਰਾਵਾਂ ਨੂੰ ਖੁਸ਼ ਕਰਦੇ ਨਾ,
ਗੁਰੂ ਨੂੰ ਤੇ ਉਹਦੀ ਬਾਣੀ ਪੜ੍ਹਨ ਵਾਲੇ ਨੂੰ। ਆ ਸੁਣ ਲਓ, 36,000 ਕਿੱਲੇ ਦਾ ਮਾਲਕ ਹੈ। ਕਹਿੰਦੇ ਕਰ ਮਰਦਾਨੇ ਕਾਰਜ ਮੇਰਾ। ਭਾਈ ਮਰਦਾਨੇ ਦੇ ਪੈਰਾਂ ਨੂੰ ਹੱਥ ਲਾਉਣ ਦਿਆ ਉਹ ਰਾਜਾ ਦੁਨੀਆ ਤੇ ਬੇਨਤੀ ਕੀ ਕਰਦਾ? ਕਹਿੰਦਾ ਹੋਵਾਂ ਰਿਣੀ ਸਦਾ ਮੈਂ ਤੇਰਾ। ਮਰਦਾਨਿਆ ਮੈਂ ਜ਼ਿੰਦਗੀ ਭਰ ਤੇਰੇ ਪੈਰ ਧੋ ਪੀਵਾਂ, ਇੱਕ ਵਾਰੀ ਮੇਰੇ ਗੁਰੂ ਨੂੰ ਸੁਨੇਹਾ ਦੇ ਦੇ। ਤਾਂ ਕਰਕੇ ਤੁਸੀਂ ਸਤਿਕਾਰ ਕਰਦੇ ਰਾਗੀ ਸਿੰਘ ਦਾ। ਕਿਉਂ? ਉਹਨੇ ਤੁਹਾਨੂੰ ਕੀਰਤਨ ਦੇ ਰਾਹੀਂ ਉਹਦੇ ਤੱਕ ਪਹੁੰਚਾਉਣਾ। ਗ੍ਰੰਥੀ ਸਿੰਘ ਦਾ ਸਤਿਕਾਰ ਕਰਦੇ, ਉਹਨੇ ਬਾਣੀ ਪੜ੍ਹ ਕੇ ਉਹਦੇ ਨਾਲ ਪਹੁੰਚਾਉਣਾ। ਕਥਾਵਾਚਕ ਦਾ ਸਤਿਕਾਰ ਕਰਦੇ ਕਿਉਂਕਿ ਉਹਦੇ ਰੱਬ ਦੀ ਸਿਫਤ ਕਰਕੇ ਤੁਹਾਨੂੰ ਉਹਦੇ ਤੱਕ ਪਹੁੰਚਾਉਣਾ ਹੈ। ਇਸ ਕਰਕੇ ਵਿਚੋਲੇ ਦਾ ਖਿਆਲ ਰੱਖਣਾ ਪੈਂਦਾ ਵਾ। ਹਾਂ, ਜਿਹੜੇ ਵਿਚੋਲੇ ਨੂੰ ਕੁਛ ਨਾ ਮਿਲੇ ਉਹ ਕਹਿੰਦਾ ਕੋਈ ਨਹੀਂ ਹੁਣ ਤਲਾਕ ਮਈਓ ਕਰਾਊਗਾ। ਉਹ ਤਾਂ ਵਾਅਦਾ ਕਰਕੇ ਮੁੱਕਰ ਗਏ ਨਾ, ਪਹਿਲੋਂ ਕਿਤੇ ਛਾਪ ਪਾਵਾਂਗੇ ਤੇ ਵਿਆਹ ਹੋ ਗਿਆ ਤੇ ਕਹਿੰਦੇ ਇਹ ਰਿਸ਼ਤਾ ਤੇ ਆਪੇ ਹੋਇਆ, ਤੂੰ ਕਿੱਧਰ ਆਇਆ? ਅਸੀਂ ਤੇ ਆਪੇ ਕਰ ਲਿਆ, ਸਾਡੀ ਤੇ ਪਹਿਲਾਂ ਦੀ ਗੱਲਬਾਤ। ਤੇ ਉਹ ਕਹਿੰਦਾ ਅੱਛਾ ਕੋਈ ਨਹੀਂ ਪੁੱਤ ਸੰਭਾਲ ਲੈਂਦੇ, ਫਿਰ ਮੈਂ ਹੀ ਵਸਾਇਆ ਤੇ ਮੈਂ ਹੀ ਜਾੜੂਗਾ। ਉਹ ਇਸ ਕਰਕੇ ਮਹਾਰਾਜ ਕਹਿੰਦੇ ਵਿਚੋਲਾ ਮਰਦਾਨਾ ਤੇ ਰਾਏ ਬੁਲਾ ਕਹਿੰਦੇ ਮੈਂ ਤੇਰਾ ਰਿਣੀ ਰਵਾਂਗਾ, ਇੱਕ ਵਾਰੀ ਪਿਆਰੇ ਨੂੰ ਮਿਲਾ ਦੇ। ਤਵ ਅਸਾਨ ਕਬ ਮਨ ਨ ਭੁਲਾਉ, ਜੇ ਦਰਸ਼ਨ ਨਾਨਕ ਅਬ ਪਾਉ। ਕਹਿੰਦੇ ਬਾਬਾ ਮਰਦਾਨਾ ਮੈਂ ਰਹਿੰਦੇ ਸਵਾਸਾਂ ਤੱਕ ਕੀ ਆਉਣ ਵਾਲੇ ਜਨਮ ਤੱਕ ਵੀ ਤੇਰਾ ਅਸਾਨ ਨਾ ਭੁਲਾਉਂਗਾ, ਇੱਕ ਵਾਰੀ ਗੁਰੂ ਨਾਨਕ ਦੇ ਦੀਦਾਰ ਹੋ ਜਾਣਾ। ਕਿੰਨਾ ਪਿਆਰ ਹੁੰਦਿਆ ਜੀ, ਇੰਨਾ ਕਿੰਨੇ ਕਰਨਾ। ਇੱਥੋਂ ਹੀ ਕੁਝ ਸਿੱਖ ਲਈਏ ਆਪਾਂ ਵੀ ਇੰਨਾ ਰੱਜਿਆ ਬੰਦਾ ਰੱਜ ਕੇ ਵੀ ਤਰਲੇ ਲੈਣ ਦਿਆ ਕਾਹਦੇ ਲਈ? ਦਰਸ਼ਨ ਮੰਗੋ ਦੇਹ ਪਿਆਰੇ, ਦਰਸ਼ਨ ਮੰਗੋ ਬਸ ਰਹੇ ਹਿਰਦੇ ਗੁਰ ਚਰਨ ਪਿਆਰੇ, ਦਰਸ਼ਨ ਮੰਗੋ ਦੇਹ ਪਿਆਰੇ, ਦਰਸ਼ਨ ਮੰਗੋ ਦੇ। ਮਹਾਰਾਜ ਜੀ ਮੈਨੂੰ ਦਰਸ਼ਨ ਦੇ ਦਿਓ। ਜੋ ਰੰਗ ਹੈ ਕੋ ਪਾਰਸ ਦੇਈ, ਜਸ ਆਮੀ ਕੋ ਆਮ ਮਿਟੇ। ਇਹ ਮਰਦਾਨਾ ਕਹਿੰਦਾ ਬਾਪੂ ਮੈਨੂੰ ਇੱਕ ਗੱਲ ਦੱਸ ਵੀ ਤੈਨੂੰ ਕੋਈ ਕਮੀ ਆ? ਤੈਨੂੰ ਕੀ ਮਿਲੂਗਾ ਜੇ ਬਾਬਾ ਤੇਰੇ ਘਰ ਆ ਜੇ? ਹੁਣ ਮਰਦਾਨਾ ਬੋਲਿਆ ਕਿ ਤੂੰ ਇੰਨਾ ਵੱਡਾ ਹੋ ਕੇ ਲੋਕੀ ਤੇਰੇ ਪੈਰ ਫੜਦੇ, ਤੇਰੇ ਘਰ ਮੰਗਣ ਆਉਂਦੇ ਤੇ ਮੈਂ ਮਰਾਸੀ ਆ। ਇਹ ਬਾਬੇ ਦੇ ਪਿਤਾ ਮਹਿਤਾ ਕਾਲੂ ਨੇ ਤੇ ਮੈਨੂੰ ਕਿਹਾ ਵੀ ਜਾ ਵੇ ਡੁਮਾ ਮਰਾਸੀਆ ਚੱਲ ਜਾ ਇੱਥੋਂ, ਮੇਰਾ ਘਰ ਉਜਾੜਤਾ। ਕੱਲ ਵਾਲੀ ਕਥਾ 'ਚ ਵੀ ਤੂੰ ਕਹਿੰਦਾ ਬਾਬੇ ਨੇ ਕਲਿਆਣ ਕਰਤੀ ਹੈ, ਕਹਿੰਦਾ ਉਹ ਤਾਂ ਮੈਨੂੰ ਗਾਲਾਂ ਕੱਢਣ ਦਿਆ ਤੇ ਤੁਸੀਂ ਮੇਰੇ ਪੈਰੀਂ ਹੱਥ ਲਾਈ ਜਾਂਦੇ ਹੋ, ਨਾਲੇ ਰਾਜੀ ਹੋ ਤੁਹਾਡੇ ਲੋਕੀ ਪੈਰੀ ਹੱਥ। ਭਾਈ ਮਰਦਾਨੇ ਨੂੰ ਰਾਏ ਬੁਲਾਰ ਕਹਿੰਦੇ ਇਹੋ ਤੇ ਫਿਰ ਬੇਸਮਝੀ ਤੇ ਸਮਝੀ ਦੀ ਗੱਲ। ਜਿਨ੍ਹਾਂ ਨੂੰ ਸਮਝ ਆ ਗਈ ਉਹ ਤਰ ਗਏ, ਜਿਨ੍ਹਾਂ ਨੂੰ ਸਮਝ ਨਹੀਂ ਆਈ ਉਹ ਮਰ ਗਏ। ਕਹਿੰਦੇ ਮਹਾਰਾਜ ਸਾਹਿਬ ਜੀ ਦੇ ਪਿਆਰੇ, ਕਹਿੰਦੇ ਤੁਹਾਨੂੰ ਕੀ ਮਿਲੂਗਾ? ਪਤਾ ਕੀ ਕਹਿੰਦੇ ਅੱਗੋਂ ਰਾਏ ਜੀ? ਕਹਿੰਦੇ ਜਿਉਂ ਰੰਗ ਕਹਿ ਕੋ ਪਾਰਸ ਦੇਈ। ਕਹਿੰਦੇ ਜਿੱਦਾਂ ਪਿੰਗਲੇ ਬੰਦੇ ਨੂੰ ਪਾਰਸ ਮਿਲ ਜੇ, ਤੇ ਪਾਰਸ ਉਹ ਹੁੰਦਾ ਵੀ ਜਿਹੜੀ ਚੀਜ਼ ਲੋਹੇ ਦੀ ਨੂੰ ਲਾ ਦਿਓ ਸੋਨਾ ਬਣਾ ਦਿੰਦਾ। ਤੇ ਰਾਏ ਜੀ ਕਹਿੰਦਾ ਜਮ ਆਮੀ ਕੋ ਆਮ ਮਟੇਈ। ਕਹਿੰਦੇ ਜਿੱਦਾਂ ਰੋਗੀ ਤੜਫਦਾ ਹੋਵੇ। ਉਦਾਹਰਨਾਂ ਵੇਖੋ ਕਿਹੜੀਆਂ ਦਿੱਤੀਆਂ। ਪਹਿਲੀ ਉਦਾਹਰਨ ਦਿੱਤੀ ਵੀ ਕੰਗਾਲ ਬੰਦੇ ਨੂੰ ਬੋਲੋ ਜੀ ਪਾਰਸ ਮਿਲ ਜੇ। ਤੇ ਦੂਜੀ ਉਦਾਹਰਨ ਦਿੱਤੀ ਵੀ ਕੋਈ ਰੋਗ ਨਾਲ ਤੜਫ ਰਿਹਾ ਹੋਵੇ, ਹਾਏ ਹਾਏ, ਤੇ ਕੋਈ ਉਹਨੂੰ ਇਦਾਂ ਦੀ ਪੁੜੀ ਛਕਾਵੇ ਜਿਹੜਾ ਉੱਠ ਕੇ ਦੌੜਨ ਲੱਗ। ਕਹਿੰਦੇ ਮੈਨੂੰ ਆਹ ਚੀਜ਼ ਮਿਲਦੀ ਜਦੋਂ ਮੇਰਾ ਗੁਰੂ ਨਾਨਕ ਮਿਲਦਾ ਹੈ। ਦੋਹਰਾ ਬੋਲਿਓ ਮਰਦਾਨਾ ਬਚਨ, ਤੁਮਰਾ ਕਾਰਜ ਰਾਏ। ਔਰ ਕਹਿੰਦੇ ਮਰਦਾਨੇ ਨੇ ਬਚਨ ਕੀਤੇ, ਹੈ ਰਾਏ ਜੀ ਤੁਹਾਡਾ ਕਾਰਜ ਛੇਤੀ ਕਿਉਂ ਨਹੀਂ ਕਰਾਂਗਾ? ਜ਼ਰੂਰ ਕਰਾਂਗਾ। ਕਿਉਂ ਨਾ ਕਰੂੰ ਮੈਂ ਵੇਗ ਸੋ, ਜੇ ਤੇ ਸਭ ਸੁਖ ਪਾਏ। ਕਹਿੰਦੇ ਬਾਬਾ ਜੇ ਤੈਨੂੰ ਗੁਰੂ ਨਾਨਕ ਨੂੰ ਮਿਲ ਕੇ ਇੰਨਾ ਕੁਝ ਮਿਲਦਾ ਤੇ ਮੇਰਾ ਕੀ ਜਾਂਦਾ? ਇਹਨੂੰ ਕਹਿੰਦੇ ਭਲੇ ਰੂਪ। ਕਈ ਇਨਸਾਨ ਹੁੰਦੇ ਭਲਾ ਕਰਨ ਵਾਲੇ, ਮੰਨ ਲਓ ਤੁਹਾਡੇ ਹੱਥ 'ਚ ਪਾਵਰ ਹੈ ਨਾ, ਕਿਸੇ ਦਾ ਭਲਾ ਕਰੋ। ਜਦੋਂ ਦੁਨੀਆ ਤੋਂ ਚਲੇ ਗਏ ਉਹ ਕੀਤਾ ਹੋਇਆ ਭਲਾ ਦਰਗਾਹ ਦੇ ਵਿੱਚ ਤੈਨੂੰ ਮਿਲੂਗਾ। ਤੇ ਕਈ ਇਨਸਾਨ ਮੈਂ ਇੱਦਾਂ ਦੇ ਵੇਖਿਆ ਭਲਾ ਕਰਨ ਵਾਲੇ। ਮੰਨ ਲਓ ਤੁਹਾਡੀ ਗੁੱਡੀ ਚੜੀ ਹੈ ਨਾ, ਤੁਹਾਡਾ ਕੋਈ ਭੈਣ ਭਰਾ ਗਰੀਬ ਹੈ ਨਾ, ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਬਾਂਹ ਫੜੋ,
ਜੇ ਮੰਨ ਲਓ ਉਹਦੀਆਂ 3-4 ਬੇਟੀਆਂ ਵਾ ਤੇ ਉਹਦੀ ਇੱਕ ਬੇਟੀ ਦਾ ਰਿਸ਼ਤਾ ਇੰਗਲੈਂਡ ਕੈਨੇਡਾ ਅਮਰੀਕਾ 'ਚ ਕਰਾ ਦਿਓ, ਤੁਹਾਡੇ ਬਥੇਰੇ। ਉਹਦੀ ਇੱਕ ਬੱਚੀ ਜਾਣੀ ਆ ਤੇ ਉਹਦਾ ਵਿਚਾਰੇ ਦਾ ਕੋੜ ਨਿਕਲ ਜਾਣਾ। ਪਰ ਕਰੇ ਤੇ ਕੋਈ ਫਿਰ ਸਹੀ। ਇੱਥੇ ਜਿਹਦਾ ਸੂਤ ਆ ਜਾਂਦਾ ਉਹ ਕਹਿੰਦਾ ਬਸ ਮੈਂ ਹੀ ਹਾਂ, ਦੂਜਾ ਨਾ ਹੋਵੇ। ਸਾਡੀ ਸੋਚ ਮਾੜੀ ਆ। ਜਿਨ੍ਹਾਂ ਦੀਆਂ ਸੋਚਾਂ ਆਜ਼ਾਦ ਹੋ ਗਈਆਂ ਨਾ, ਰੱਬ ਨੂੰ ਮੰਨਣ ਵਾਲੇ, ਉਹ ਕਹਿੰਦੇ ਪਤਾ ਨਹੀਂ ਕਦੋਂ ਸਾਹ ਨਿਕਲਣੇ, ਕਰ ਭਲਾ ਹੋ ਭਲਾ। ਇੱਥੇ ਆ ਕੇ ਸਾਰੇ ਕਹਿੰਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਤੇ ਮੇਰੀ ਜ਼ਿੰਦਗੀ 'ਚ ਘਟਨਾ ਘਟੀ, ਕਿਸੇ ਬੰਦੇ ਨੇ ਕਿਸੇ ਦਾ ਕੰਮ ਕਰਨਾ ਸੀ, ਸਾਰਾ ਕੁਝ ਹੋ ਗਿਆ, ਸਪੌਂਸਰ ਸਭ ਕੁਝ, ਤੇ ਦੂਜੇ ਬੰਦੇ ਨੇ ਕਹਿਦਾ ਵੇਖੀ ਕਿਤੇ ਇਹਦਾ ਕੰਮ ਨਾ ਕਰਾ ਦੀ। ਇਹਨੇ ਉੱਥੇ ਜਾ ਕੇ ਭੱਜਣਾ, ਉਹ ਵਿਚਾਰੇ ਦਾ ਸਾਰਾ ਕੁਝ ਹੋਇਆ ਉੱਤੇ ਕਾਂਟਾ ਮਰਾਇਆ। ਤੇ ਕਿਤੇ ਨਾ ਕਿਤੇ ਬੀਜਿਆ ਬੀਜ ਫਿਰ ਅੱਗੇ ਆ ਹੀ ਜਾਂਦਾ। ਕਿਸੇ ਦੀਆਂ ਅੰਦਰਾਂ ਧੋਣੀਆਂ, ਤੇ ਰੱਬ ਜਦੋਂ ਆਪਦੀਆਂ ਧੋਂਦਾ ਕਹਿੰਦਾ ਹੁਣ ਸੁਣਾ, ਹੁਣ ਸਾੜ ਪਿਆ, ਦਰਦ ਹੋਈ। ਇੱਦਾਂ ਹੀ ਜਿਹੜਾ ਕਿਸੇ ਦਾ ਆਪਾਂ ਕਰਦੇ ਉਹਦੇ ਅੰਦਰ ਦਰਦ, ਕਹਿੰਦੇ ਜਿੰਨਾ ਅੱਜ ਆਪਾਂ ਰੋਂਦੇ ਆ, ਗੁਰੂ ਕਹਿੰਦਾ ਤੂੰ ਕਿਸੇ ਨੂੰ ਰਵਾਇਆ ਹੋ। ਹੁਣ ਅੱਜ ਸਾਰੇ ਕਹਿੰਦੇ ਬਾਬਾ ਜੀ ਸਾਡੇ ਭਾਗ ਮਾੜੇ, ਸਾਡੇ ਘਰ ਇੱਦਾਂ। ਮੈਂ ਕਿਹਾ ਮਾੜੇ ਨਹੀਂ, ਕੀਤੇ ਹੋਏ ਆ। ਜਿੰਨਾ ਕਿਸੇ ਨੂੰ ਆਪਾਂ ਰਵਾਇਆ ਉਹਨਾਂ ਅੱਜ, ਜਿੰਨਾ ਕਿਸੇ ਨੂੰ ਦਿਖਾਇਆ ਉਹਨਾਂ ਅੱਜ, ਜਿੰਨਾ ਕਿਸੇ ਨੂੰ ਹਸਾਇਆ ਅੱਜ ਉਹਨਾਂ ਹੱਸਣ ਦੇ ਆ। ਜੇ ਅੱਜ ਪੁੱਤ ਪੋਤਰੇ ਸੈਟਰ ਦਾਨੀ ਆ ਨਾ, ਸਮਝੋ ਕਿਤੇ ਮੋਤੀ ਪੁੰਨ ਕੀਤੇ ਆ, ਕਿਤੇ ਚੰਗੇ ਕਰਮ ਕੀਤੇ। ਕਿਉਂਕਿ ਜੈਸਾ ਬੀਜੈ, ਸੂਰਜ ਇੱਧਰੋਂ ਚੜ੍ਹਦਾ ਤੇ ਇੱਧਰ ਛੁਪਦਾ, ਸਵੇਰੇ ਫੇਰ ਇੱਧਰ ਆਉਂਦਾ। ਉਹ ਇੱਕ ਚੀਜ਼ ਦੱਸ ਰਿਹਾ ਵੀ ਧਰਤੀ ਘੁੰਮਦੀ ਆ, ਸਕੀਆਂ ਭੈਣਾਂ ਵਾ, ਗਰੀਬੀ ਤੇ ਮੇਰੀ ਦੋਵੇਂ ਆਉਣੀਆਂ ਜਾਣੀਆਂ ਹੀ, ਤਕੜਾ ਹੋ ਜਾ। ਜੇ ਅੱਜ ਗਰੀਬੀ ਆ ਤੇ ਖੁਸ਼ ਹੋ ਕੇ ਜਕਾਰੇ ਛੱਡ, ਆਈ ਲੈ ਮੇਰੀ ਵੀ। ਜਿੱਦਣ ਮੇਰੀ ਆਈ ਉਦਣ ਵੀ ਦੇਗਾ ਕਰਾ ਕੇ ਭਲਾ ਕਰੀਏ। ਤੇ ਭੈਣਾਂ ਆ ਜਾ ਸਕਦੀਆਂ, ਦਿਲ ਨਾ ਛੱਡਿਆ ਕਰ, ਇਹ ਸੱਚਾਈ ਹੈ। ਅੰਦਰ ਮਜ਼ਬੂਤ ਜਿਹਾ ਹੋ ਜਾਂਦਾ ਹੈ ਨਾ ਇੱਦਾਂ ਦੀ ਸਾਖੀ ਸੁਣ। ਕਈ ਸੰਗਤਾਂ ਕਹਿਣਗੀਆਂ ਜੀ ਡਿੱਗੇ ਹੋਇਆ ਨੂੰ ਬਾਬਾ ਜੀ ਤੁਸੀਂ ਉਠਾ ਦਿੰਦੇ। ਮੈਂ ਕਿਹਾ ਮੈਂ ਵੀ ਡਿੱਗਾ ਹੀ ਆ, ਆਪਾਂ ਸਾਰੇ ਡਿੱਗੇ ਆ, ਹਮ ਭੀਖਕ। ਇਹ ਬੜਾ ਬਾਪੂ ਡਾਡਾ ਹੀ। ਪਰ ਯਤਨ ਕਰਿਆ ਕਰੋ ਜ਼ਿੰਦਗੀ 'ਚ, ਜਿੰਨੀ ਜੋਗੇ ਆ ਨਾ ਤੁਸੀਂ, ਜਿੰਨੀ ਜੋਗੇ ਓਨਾ ਹੀ ਪਰਉਪਕਾਰ ਕਰਿਆ ਕਰੋ। ਮੈਂ ਆਪਣਾ ਹੰਕਾਰ ਨਹੀਂ ਕਰਦਾ, ਆਪਾਂ ਬੱਚੇ ਆ ਸਾਰੇ। ਪਰ ਚਲੋ ਜੇ ਜਿੰਨੀ ਕੁ ਮੇਰਾ ਹੱਥ ਪੈਂਦਾ 12-13 ਹਜ਼ਾਰ ਆ, ਇਹਦੇ 12-13 ਹਜ਼ਾਰ 'ਚ ਜੇ ਕਿਸੇ ਦਾ ਭਲਾ ਹੋਵੇ ਨਾ, ਮੈਂ ਹੰਕਾਰ ਨਾਲ ਨਹੀਂ ਕਹਿੰਦਾ। 3-4 ਰੂਹਾਂ ਦੇ ਕਾਰ ਜੜਦੇ ਸੀ, ਉਹ ਮੇਰੀ ਇੰਨੀ ਕੁ ਹਲਪਣਾ ਨਿਕਲਦੇ ਸੀ, ਮੈਂ ਕੱਢਤੇ। ਅੱਜ ਅਗਲੇ ਆਨੰਦ ਲੈਂਦੇ, ਜਾਣਨ ਨਾ ਜਾਣਨ, ਪਰ ਗੁਰੂ ਪਾਤਸ਼ਾਹ ਨੇ ਨੇਕੀ ਦੇ ਬਦਲੇ ਸਰਬੰਸ ਲੁਟਾਤਾ। ਨਹੀਂ ਤੇ ਬਾਪੂ ਦੇ ਕੋਲ ਜ਼ਮੀਨ ਸੀ, ਆਨੰਦਪੁਰ ਸੀ, ਸੋਹਣੇ ਲਾਲ ਸੀ, ਸਿਰਫ ਤੁਹਾਡਾ ਭਲਾ ਕਰਨ ਦਾ ਬਦਲੇ। ਤੇ ਤੁਹਾਨੂੰ ਅੱਜ ਰੱਬ ਨੇ ਦਿੱਤਾ ਤੇ ਕੋਈ ਫਰਕ ਨਹੀਂ ਪੈਂਦਾ। ਜੇ ਤੁਹਾਡੇ ਹੱਥਾਂ 'ਚ ਕਲਮ ਆ ਨਾ, ਤਾਕਤ ਹੈਗੀ ਤੇ ਕਰ ਦਿਆ ਕਰੋ। ਕਿਤੇ ਮਹਾਰਾਜ ਆਉਣ ਵਾਲੇ ਸਮੇਂ 'ਚ ਭਲਾ। ਤੇ ਰਾਏ ਬਲਾਰ ਨੂੰ ਮਰਦਾਨਾ ਕਹਿੰਦਾ ਬਾਪੂ ਜੇ ਮੇਰੇ ਦੋ ਬੋਲਾਂ ਨਾ, ਆਖੋ ਉੱਚੀ ਆਖੋ, ਫੇਰ ਆਖੋ, ਕਹੋ ਆਖੋ ਸਤਿਨਾਮ। ਮਰਦਾਨਾ ਕਹਿੰਦਾ ਬਾਪੂ ਜੇ ਮੇਰੇ ਦੋ ਬੋਲਾਂ ਨਾ ਤੇਰਾ ਮੇਲ ਹੁੰਦਾ ਵਾ ਤੇ ਮੇਰਾ ਕੀ ਘਟਦਾ। ਜੇ ਮੇਰੀ ਅਰਦਾਸ ਨਾਲ ਤੁਹਾਡਾ ਕਾਰਜ ਹੁੰਦਾ ਤੇ ਮੈਨੂੰ ਕੀ ਫਰਕ ਆ। ਮੈਂ 2 ਮਿੰਟ ਖੜੋ ਕੇ ਇਹੋ ਹੀ ਕਹਿਣਾ, ਮਹਾਰਾਜ ਪਰਿਵਾਰ ਆਇਆ, ਇਹਨਾਂ ਵਿਚਾਰਿਆਂ ਦੇ ਕਾਰਜ ਰਾਸ ਕਰੋ, ਬਸ ਨਾਨਕ ਨਾਮ ਜਾਣ। ਜੇ ਤੁਹਾਡੇ ਹੋ ਜਾਣ ਤੇ ਮੇਰਾ ਕੀ ਘਟ ਗਿਆ। ਮੈਂ ਤਾਂ ਅਰਦਾਸੀਆਂ ਨਾ ਭਿਖਾਰੀਆਂ ਦੇ ਘਰ ਦਾ ਸਰੂਪਾ ਮਿਲਿਆ ਏ। ਮਰਦਾਨੇ ਨੇ ਆਖਿਆ ਬਾਪੂ ਇੱਦਾਂ ਨਾ ਤਰਲੇ ਨਾ ਲੈ, ਮੈਨੂੰ ਸੰਗ ਲੱਗਦੀ ਹੈ, ਕਿਉਂਕਿ ਤੂੰ ਮਾਲਕ ਇੰਨਾ ਅਮੀਰ ਹੈ। ਜੇ ਗੱਲ ਰਹੀ ਮਿਲਣ ਦੀ, ਮਿਲਣਾ ਬਾਪੂ ਨੇ ਤੇਰੇ ਪਿਆਰ ਸਦਕਾ, ਪਰ ਤੇਰਾ ਸੁਨੇਹਾ ਮੈਂ ਜ਼ਰੂਰ ਦੇ ਦੂੰ। ਜੇ ਮੇਰੇ ਦੋ ਬੋਲਾਂ ਨਾਲ ਤੇਰਾ ਕੰਮ ਬਣਦਾ ਤੇ ਬਣਾ ਦੇਵਾਂਗਾ। ਜੋ ਬਈ ਪੁਨ ਨਾਨਕ ਮਮ ਪਾਨੈ ਨਾਹੀ, ਹਿਰਨ ਚਾਹੇ ਜੇ ਤੁਮ ਮਨ ਮਾਈ। ਔਰ ਕਹਿੰਦੇ ਹਨ ਕਿ ਗੁਰੂ ਨਾਨਕ ਸਾਹਿਬ ਮੇਰੇ ਹੱਥ 'ਚ ਨਹੀਂ ਹਨ। ਇਹ ਤੇ ਤੁਹਾਡੇ ਅੰਦਰ ਦੀ ਭਾਵਨਾ। ਅਰਦਾਸ ਵੀ ਇਦਾਂ ਹੀ ਹੈ। ਅਰਦਾਸੀਏ ਨੇ ਤੇ ਤਰਲਾ ਲੈ ਹੀ ਦੇਣਾ। ਹੁਣ ਗੁਰੂ ਨੇ ਵੇਖਣਾ ਤੁਹਾਡੇ ਵੱਲੇ। ਜਿੱਦਾਂ ਤੁਸੀਂ ਏਜੰਟ ਨੂੰ ਫਾਈਲ ਦੇਤੀ, ਉਹਨੇ ਫਾਈਲ ਲਾਤੀ, ਹੁਣ ਗਾੜੀ ਚੁੱਕਣ ਵਾਲੇ ਨੇ ਵੇਖਣਾ ਤੁਹਾਡਾ ਹਿਸਾਬ ਕਿਤਾਬ। ਉਹਦੇ ਮਨ 'ਚ ਜੇ ਤੇ ਜੈਸ ਕਰਤੀ ਤੇ ਕਰਤੀ, ਜੇ ਮਨ ਬਦਲ ਗਿਆ ਤੇ ਨੋ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਜਿਹੜਾ ਰਾਗੀ ਕਥਾਵਾਚਕ ਗ੍ਰੰਥੀ ਵਿਚੋਲਾ, ਇਹਨੇ ਤੁਹਾਡੀ ਫਾਈਲ ਲਿਜਾ ਕੇ ਬਾਪੂ ਕੋਲ ਰੱਖ ਦਿਆ।
ਹੁਣ ਬਾਪੂ ਨੇ ਤੁਹਾਡੇ ਵੱਲ ਵੇਖਣਾ ਵੀ ਇਹ ਬੰਦਾ ਖਚਰਾ ਤਾਂ ਨਹੀਂ ਕਿਤੇ, ਇਹ ਸੱਚੇ ਮਨੋਂ ਸੇਵਾ ਕਰੂਗਾ ਤਾਂ ਅੰਦਰ ਠੀਕ ਠਾਕ ਵਧੀਆ ਵਾ, ਇਹ ਕਿਸੇ ਗੱਲੋਂ ਫਿਰ ਉਹਨੇ ਚੱਕ ਲੈਣੀ ਆ। ਤੇ ਕਿਤੇ ਉਹਨੂੰ ਸ਼ੱਕ ਜਿਹਾ ਹੋ ਜਾਣਾ ਵੀ ਇਹਨੂੰ ਜੇ ਮੈਂ ਅੱਜ ਦੇਤਾ ਤੇ ਭਲਕੇ ਇਹਨੇ ਬੰਦੇ ਮਾਰ ਦੇਣੇ 5-6, ਇਹਨੂੰ ਅਜੇ ਨਹੀਂ ਦੇਣਾ। ਇਸ ਕਰਕੇ ਉਹ ਕਹਿੰਦੇ ਨਾ ਇੱਕ ਬੰਦਾ ਅੰਨਾ ਸੀ ਤੇ ਉਹ ਸਰੋਵਰ 'ਚ ਨਹਾ ਰਿਹਾ ਕਿਤੇ ਤਲਾਅ ਤੇ ਪਾਰਵਤੀ ਸ਼ਿਵ ਜੀ ਕੋਲ ਬੈਠੇ ਵੇਖ ਰਿਹਾ ਤਮਾਸ਼ਾ ਦੁਨੀਆ ਦਾ, ਵੇਂਦੇ ਵੇਂਦੇ ਉਹ ਸਰੋਵਰ ਤੇ ਨਿਗਾਹ ਪਈ ਤੇ ਪਾਰਵਤੀ ਕਹਿੰਦੀ ਪ੍ਰਭੂ ਵੇਖ ਕਿੱਡਾ ਸੋਹਣਾ ਸਰੀਰ ਹੈ, ਕਿੱਡਾ ਜਵਾਨ ਆ, ਇਹਨੂੰ ਅੰਨਾ ਕਿਉਂ ਬਣਾਇਆ, ਇਹਨੂੰ ਅੱਖਾਂ ਦੇ ਸਾਰੀ ਦੁਨੀਆ ਨੂੰ। ਤੇ ਸ਼ਿਵ ਜੀ ਭਗਵਾਨ ਕਹਿਣ ਲੱਗੇ ਜਿੱਥੇ ਬੈਠਾ ਬੈਠਾ ਰਹਿੰਦੇ। ਉਹ ਕਹਿੰਦੀ ਕੀ ਫਰਕ ਪੈਂਦਾ ਤੈਨੂੰ ਕਿ ਤੂੰ ਇੰਨੀਆਂ ਵਾਰ ਦਿੰਦਾ ਵਾ। ਕਹਿੰਦਾ ਵੇਖ ਲਾ ਮੈਂ ਦੇ ਦੇਣਾ, ਸਾਂਭਣਾ ਔਖਾ ਹੀ, ਮੁੜ ਕੇ ਸਾਂਭ ਲਈ। ਕਹਿੰਦੀ ਪਤੀ ਮੈਂ ਬੈਠੀ ਹਾਂ। ਉਹਨੇ ਕਿਹਾ ਤਥਾਸਤੂ, ਉਹਦੀਆਂ ਅੱਖਾਂ ਆ ਗਈਆਂ। ਜਦੋਂ ਅੱਖਾਂ ਆਈਆਂ ਤੇ ਉਹਨੇ ਸਾਰਾ ਦਾਲਾ ਬਦਾਲਾ ਵੇਖਿਆ ਤੇ ਜਿੰਨੇ ਜਵਾਕ ਜੂਕ ਨਹਾਉਂਦੇ ਸਾਰਿਆਂ ਨੂੰ ਗਲੋਂ ਫੜੇ ਤੇ ਚੌਕੇ ਪਾਣੀ 'ਚ, ਗਲੋਂ ਫੜੇ ਤੇ ਚੌਕੇ। ਕਹਿੰਦਾ ਖੁਸ਼ ਹੁਣ ਇਸ ਕਰਕੇ ਕਹਿੰਦਾ ਜਿਹੋ ਜਿਹੇ ਮੋਤੀ ਆ ਉਹੋ ਜਿਹੇ ਥਾਂ ਮੈਂ ਪਰੋਏ ਪਏ ਆ, ਇਹਨਾਂ ਨੂੰ ਤਾਂ ਛੇੜਿਆ ਕਰ ਕਰਮੀ ਆਪੋ ਆਪਣੀ ਕਹਿੰਦੇ ਡਾ। ਜਿੱਦਨ ਘਰ 'ਚ ਗਰੀਬੀ ਦੁਖੀ ਆਪਾਂ ਥੋੜੀਆਂ ਗਾਲਾਂ ਕੱਢੀਆਂ ਮਾਰੇ ਨੂੰ, ਇਹ ਮਹਾਰਾਜ ਅਸੀਂ ਸਾਨੂੰ ਗ੍ਰੰਥੀ ਵੇ ਰੱਖਿਆ ਤੂੰ, ਅਸੀਂ ਸਾਨੂੰ ਵੀ ਕਿਤੇ ਭੇਜ ਦਓ। ਕਹਿੰਦਾ ਨਾ ਤੇ ਜਿੱਥੇ ਮੋਤੀ ਉੱਥੇ ਪਰੋ। ਜੇ ਇਸ ਤਰ੍ਹਾਂ ਨਾ ਹੁੰਦਾ ਤੇ ਅੱਜ ਕਥਾ ਕਿਹਨੇ ਕਰਨੀ ਸੀ, ਤੁਸੀਂ ਕਿੱਥੋਂ ਪੈਣਾ ਸੀ। ਇਹ ਉਹਨੇ ਸਭ ਡਿਊਟੀਆਂ ਲਾ ਕੇ ਘੱਲੀਆਂ, ਜਿੱਧਰ ਮਰਜ਼ੀ ਹੱਥ ਪੈਰ ਮਾਰ ਲਓ, ਇਹ ਜੈਸੇ ਇੱਧਰੋਂ ਹੀ ਪੈਣੀ ਆ। ਜਿੱਧਰੋਂ ਉੱਧਰੋਂ ਪੈ ਗਿਆ ਪੱਪਾ ਤਾਂ ਪਾਸ ਆ, ਜੀ ਅਜੇ ਉਹਨੇ ਰਾਰਾ ਪਾਇਆ ਤੇ ਰੁਕਣਾ ਪਵੇਗਾ। ਬਾਲੇ ਕੋ ਬੁਲਾਏ ਦੇਹ ਸੰਗਾ, ਦੋਨੋਂ ਗਮਨੇ ਸਹਤ ਉਮੰਗਾ। ਮਰਦਾਨਾ ਵੀ 4 ਦਿਨ ਘਰੇ ਰਿਹਾ, ਜੀ ਜਿਹਾ ਲੱਗ ਗਿਆ। ਕਹਿੰਦਾ ਰਾਏ ਬੁਲਾਰ ਜੀ ਏਦਾਂ ਕਰੋ ਬਾਲੇ ਨੂੰ ਬੁਲਾਓ, ਮੇਰਾ ਵੀ ਨਹੀਂ ਜੀ ਕਰਦਾ ਇਕੱਲੇ ਦਾ, ਤੇ ਦੋ ਨੂੰ ਜਾਣਾ ਆਖੋ ਸਤਨਾਮ, ਕਿਉਂਕਿ ਜੋ ਜੈਸੀ ਸੰਗਤ ਮਿਲੇ। ਤੁਸੀਂ 4 ਦਿਨ ਛੁੱਟੀ ਕਰ ਲਓ, ਬਾਲੀ ਸਾਹਿਬੋਂ ਕੀਤੀ ਹੈ ਨਾ, 4 ਦਿਨ ਛੁੱਟੀ ਕਰ ਲਓ। 5ਵੇਂ ਦਿਨ ਨੂੰ ਕੀ ਜੇ 50 ਦਿਨ ਨਾਗਾ ਪਵੇ ਤੇ ਆਖੇ ਇਹ ਜੁੜੇ ਰਹੀਏ ਨਾ, ਪਾਣੀ ਚੱਲਦਾ ਰਹੇ ਤੇ ਉਹ ਸਾਫ਼ ਆ। ਮਰਦਾਨਾ ਵੀ 5-7 ਦਿਨ ਰਿਹਾ ਵੋਟੀ ਕੋ ਬੱਚਿਆਂ ਕੋ, ਤੇ ਹੁਣ ਬਾਬੇ ਵੱਲ ਨੂੰ ਮੂੰਹ ਨਹੀਂ ਕਰਦਾ। ਤੇ ਅੱਗੋਂ ਕਹਿੰਦਾ ਰਾਏ ਜੀ ਇੱਕ ਕੰਮ ਕਰੋ, ਮੇਰੇ ਆਖੇ ਨਹੀਂ ਬਾਲੇ ਨੇ ਲੱਗਣਾ, ਉਹਦਾ ਵੀ ਕਾਰੋਬਾਰ ਹੈ ਤੇ ਤੂੰ ਰਾਜਾ ਮੈਂ ਤੇਰਾ ਹੁਕਮ ਮੰਨੋ। ਉਹਨੂੰ ਕਹਿ ਵੀ ਮੇਰੇ ਨਾਲ ਚੱਲੇ। ਜਿੱਦਾਂ ਆਪਾਂ ਇੱਕ ਦੂਜੇ ਨੂੰ ਕਹਿੰਦੇ ਨਾ ਵੀ ਬਾਪੂ ਤੇਰੇ ਆਖੇ ਉਹਨੇ ਲੱਗਣਾ ਤੇ ਤੂੰ ਫੋਨ ਕਰਕੇ ਕੰਮ ਕਰਾ, ਤੇਰੀ ਉਹਦੇ ਨਾਲ ਬਣਦੀ। ਇਦਾਂ ਹੀ ਪਿਆਰਿਓ, ਪਿਆਰ ਦੀਆਂ ਖੇਡਾਂ ਨੇ। ਕਹਿੰਦੇ ਬਾਲੇ ਨੂੰ ਨਾਲ ਭੇਜੋ। ਜੈ ਅਗਾਰੀ ਬਿਨਤੀ ਕਰਹੀ, ਤੁਮ ਇਸ ਕੋ ਸਿਰ ਪਰ ਤਰਹੀ। ਇਹਦੇ ਜਾਂਦਾ ਹੀ ਪਹਿਲਾ ਹੀ ਕੰਮ ਰਾਏ ਜੀ ਤੁਹਾਡਾ ਹੀ ਕਰੂੰਗਾ ਬਾਬੇ ਦੇ ਕੋਲ। ਜਬ ਹੀ ਸੁਨੇ ਸੰਦੇਸ਼ ਤੁਮਾਰੇ, ਆਵੇਂਗੇ ਤਬ ਲਿਓ ਨਿਹਾਰੇ। ਇਹਨੇ ਮੇਰਾ ਅੰਦਰ ਕਹਿੰਦਾ ਵੀ ਜਦੋਂ ਮੈਂ ਜਾ ਕੇ ਸੁਨੇਹਾ ਦਿੱਤਾ ਨਾ, ਮੇਰੇ ਨਾਨਕ ਜੀ ਤੁਹਾਨੂੰ ਮਿਲਣ ਜ਼ਰੂਰ ਆਉਣਗੇ। ਮੈਂ ਇਹ ਮੰਨਾ ਬਾਦ ਟਿਕੇ, ਆਨੇ ਆਏ ਜਾਏ ਨਾ ਅਨੰਤ ਸਿਧੇਈ। ਕਹਿੰਦੇ ਹੁਣ ਹੱਲਾ ਕਰੋ, ਅਜੇ ਏਮਣਾ ਬਾਦ ਟਿਕੇ ਆ, ਕਿਉਂਕਿ ਮਹਾਰਾਜ ਨੇ ਬਚਨ ਕੀਤਾ ਸੀ ਲਾਲੋ ਨਾ ਵੀ ਤੇਰੇ ਕੋ 1 ਮਹੀਨਾ ਰਵਾਂਗੇ, 30 ਦਿਨ। ਤੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦੇ ਜੀ 25 ਦਿਨ ਹੋ ਚੱਲੇ ਆ। ਮਰਦਾਨਾ ਕਹਿੰਦਾ ਵੀ ਹੁਣ ਲੇਟ ਨਾ ਕਰੋ, ਇਹ ਨਾ ਹੋਵੇ ਸਾਡੇ ਜਾਂਦਿਆਂ ਨੂੰ ਬਾਬਾ ਕਿਧਰੇ ਨੂੰ ਟੁਰ ਜੇ। ਇਸ ਕਰਕੇ ਟਾਈਮ ਦੇ ਨਾਲ ਸਾਨੂੰ ਵਿਦਾ ਕਰੋ। ਹਰ ਕਿਉ ਰਾਏ ਬਚਨ ਤੇ ਮਾਨੇ, ਸਭ ਕਾਹਤ ਹੈ ਤੂੰ ਮਰਦਾਨੇ। ਜਿੱਦਾਂ ਆਪਾਂ ਨੂੰ ਦੁਨੀਆ ਦੀਆਂ ਚੀਜ਼ਾਂ ਮਿਲਦੀਆਂ ਤੇ ਆਪਣਾ ਮਨ ਖੁਸ਼ ਹੁੰਦਾ, ਆਪਾਂ ਫਿਰ ਦੁਕਾਨ ਤੇ ਜਾ ਕੇ ਕਿਹਦਾ ਵਧੀਆ ਬਰਫੀ ਦਾ ਡੱਬਾ ਦੇ ਲਵਾਈ ਨੂੰ, ਜਿਹੜੀ ਸਭ ਤੋਂ ਮਹਿੰਗੀ। ਉਹ ਕਹਿੰਦਾ ਭਾਊ ਅੱਜ ਬੜਾ ਖੁਸ਼, ਕੀ ਹੋਇਆ? ਕਹਿੰਦੇ ਅੱਜ ਮੇਰੇ ਬੱਚਿਆਂ ਦੀ ਅਰਦਾਸ, ਅੱਜ ਮੇਰੀ ਕੋਠੀ ਦੀ ਨੀਂਹ ਰੱਖੀ, ਅੱਜ ਮੇਰੇ ਵੀਜੇ ਲੱਗ ਗਏ। ਅੰਦਰ ਦੀ ਖੁਸ਼ੀ। ਰਾਏ ਬੁਲਾਰ ਕੋ ਸਾਰਾ ਕੁਝ ਹੀ ਹੈਗਾ, ਉਹਨੂੰ ਇੰਨੀ ਖੁਸ਼ੀ ਵੀ ਮੇਰਾ ਸੁਨੇਹਾ ਗੁਰੂ ਕੋ ਪਹੁੰਚ ਚੱਲਿਆ। ਤੇ ਮੈਂ ਤੇ ਕਈ ਵਾਰੀ ਆਪਣੇ ਆਪ ਰੋ ਪੈਂਦਾ ਵੀ ਆਪਾਂ ਰੋਜ਼ ਇਹਦੇ ਕੋਲ ਬਹਿੰਦੇ, ਇਹਦੀ ਸਿਫਤ ਕਰਦੇ ਤੇ ਆਪਾਂ ਇਹਦੇ ਤੋਂ ਦੂਰ ਹੋਣ ਨੂੰ ਫਿਰਦੇ। ਅਸੀਂ ਵੀ ਆਪਾਂ ਸਾਰੇ ਕਿਨੇ ਕਿਹੜਾ ਵੇਲਾ ਹੋਵੇ ਕਿਤੇ ਆਸੇ ਪਾਸੇ, ਤੇ ਮਾਰੇ ਕਹਿੰਦੇ ਜਦੋਂ ਕਥਾ ਪੜ੍ਹੀ ਦੀ ਵੀ ਏਡੇ ਏਡੇ ਆਲਮ ਫਾਜ਼ਲ ਜਿਹੜੇ ਸੀ ਵੱਡੇ ਲੋਕ, ਉਹ ਮਹਾਰਾਜ ਨੂੰ ਤਰਸਨ ਦਾ ਵੀ ਕਿਤੇ ਕੋਲੇ ਪਵੇ ਤੇ ਆਪਾਂ ਨੂੰ ਤੇ ਗੋਦੀ 'ਚ ਪਾਇਆ। ਇਦੋਂ ਵੱਡੀ ਗੱਲ ਕਿਹੜੀ ਵੀ ਸਵੇਰੇ ਉੱਠਦਿਆਂ ਸਾਰ ਦੁਨੀਆ ਦਾ ਮਾਲਕ ਸਭ ਤੋਂ ਪਹਿਲਾਂ ਕਿਸੇ ਦੇ ਸਿਰ ਤੇ ਸਵਾਰੀ ਕਰਦਾ, ਉਹ ਗ੍ਰੰਥੀ ਸਿੰਘ। ਸਭ ਤੋਂ ਪਹਿਲਾ ਸਮਾਂ ਅੰਮ੍ਰਿਤ ਵੇਲੇ ਦਾ, ਤੇ ਸ੍ਰਿਸ਼ਟੀ ਦਾ ਮਾਲਕ ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਸਿਰ ਝੁਕਾਇਆ,
ਉਹ ਕਿਹਦੇ ਸਿਰ ਤੇ ਸਵਾਰ ਹੋ ਰਿਹਾ? ਇੱਕ ਵਜ਼ੀਰ ਦੇ। ਉਹ ਪ੍ਰਕਾਸ਼ ਕਰ ਰਿਹਾ ਵਾ, ਉਹ ਮੈਂ ਹੋਵਾਂ, ਭਾਈ ਸਾਹਿਬ ਹੁਣ ਤੁਸੀਂ ਹੋਏ ਸਾਰੇ, ਪਰ ਪਤਾ ਨਹੀਂ ਕਿਉਂ ਰੱਬ ਜੀ ਸਾਡੇ ਵਿੱਚ ਇਹ ਚੀਜ਼ ਆ, ਅਸੀਂ ਤੈਨੂੰ ਛੱਡਣਾ ਚਾਹੁੰਦੇ। ਆਮ ਹੀ ਗ੍ਰੰਥੀ ਸਿੰਘ ਰਾਗੀ ਸਿੰਘ ਕਹਿਣਗੇ ਬਸ ਇੱਕ ਵਾਰ ਸੂਤ ਆ ਜੇ ਨਾ ਮੈਂ ਇਹ ਕੰਮ ਛੱਡ ਦੇਣਾ, ਪਰ ਇੱਥੇ ਵੇਖਣ ਦੇ ਆ ਤੇ ਜਿਹੜੇ ਰੱਜੇ ਪੁੱਜੇ ਉਹ ਕਹਿੰਦੇ ਬਾਬਾ ਇੱਕ ਵਾਰੀ ਭੋਰੀ ਕੀ ਦਰਸ਼ਨ ਦੇ ਦੇ। ਇਹਦਾ ਮਤਲਬ ਹੈ ਵੀ ਕੋਈ ਹੈ ਆ ਗੱਲ ਇਹਦੇ ਕੋਲ, ਆਪਾਂ ਨੂੰ ਸਮਝ ਨਹੀਂ, ਆਪਾਂ ਬੱਚੇ ਆ, ਆਪਾਂ ਭਜਣਾ ਚਾਹੁੰਦੇ ਆ ਤੇ ਉਹ ਆਉਣਾ ਚਾਹੁੰਦੇ ਹਨ। ਪੰਨਤ ਭਇਓ ਬਾਲਾ ਸੁਨੋ ਸ਼੍ਰੀ ਅੰਗਤ ਗਤ ਦਾਇ। ਔਰ ਕਹਿੰਦੇ ਫਿਰ ਭਾਈ ਬਾਲਾ ਜੀ ਨੇ ਗੁਰੂ ਅੰਗਦ ਸਾਹਿਬ ਜੀ ਨੂੰ ਬਿਨੇ ਕੀਤੀ, ਭਾਵ ਕਥਾ ਉੱਥੇ ਚੱਲ ਰਹੀ ਨਾ ਖਡੂਰ ਸਾਹਿਬ। ਭੇਜਿਓ ਮਾਨਵ ਨਿਕਟ ਮੁਝ ਲੀਨੋ ਬੇਗ ਬੁਲਾਏ। ਕਹਿੰਦੇ ਉਸੇ ਵੇਲੇ ਬੰਦੇ ਆਏ ਹਨ, ਭਾਈ ਬਾਲਾ ਕਹਿੰਦਾ ਮੇਰੇ ਘਰ। ਉਹਨਾਂ ਨੇ ਆਖਿਆ ਬਾਪੂ ਰਾਏ ਬੁਲਾਰ ਜੀ ਤੁਹਾਨੂੰ ਬੁਲਾ ਰਹੇ ਹਨ। ਜੋ ਪਈ ਕਰ ਕਾਰਜ ਬਾਲੇ ਮੁਝ ਮੀਤਾ ਸ੍ਰੀ ਨਾਨਕ ਕੀ ਤੁਝ ਬੋ ਪ੍ਰੀਤਾ। ਇਹਨੂੰ ਕਹਿੰਦੇ ਪਿਆਰ। ਭਾਈ ਬਾਲਾ ਕਹਿੰਦੇ ਮੈਂ ਘਰੇ ਪਹੁੰਚਿਆ ਤੇ ਮੈਂ ਡਰਦਾ ਸੀ ਕੋਈ ਗਲਤੀ ਨਾ ਹੋ ਗਈ ਹੋਵੇ, ਬਾਦਸ਼ਾਹ ਨੇ ਸੱਦਿਆ, ਰਾਜੇ ਨੇ, ਮਾਲਕ ਇੱਥੋਂ ਦਾ। ਕਹਿੰਦੇ ਜਦੋਂ ਮੈਂ ਗਿਆ ਤੇ ਮੇਰੇ ਚਰਨ ਪਰਸ ਕੇ ਕਹਿੰਦੇ ਬਾਲਿਆ ਮੇਰਾ ਗਰੀਬ ਦਾ ਕਾਰਜ ਕਰਾ ਦੇ। ਵੇਖੋ ਕਿਸ ਤਰ੍ਹਾਂ ਮਿੰਨਤਾਂ ਕਰਨ ਦਿਆ ਦੁਨੀਆ ਦਾ ਬਾਦਸ਼ਾਹ ਬੰਦਾ। ਕਾਹਦੇ ਵਾਸਤੇ? ਵੀ ਗੁਰੂ ਨਾਨਕ ਇੱਕ ਵਾਰੀ ਆ ਜਾ, ਸਤਿਗੁਰ ਨਾਨਕ ਆ ਜਾ। ਸੰਗਤ ਪਈ ਪੁਕਾਰਦੀ, ਤੇਰੇ ਹੱਥ ਚਾਬੀ ਉਹ ਦਾਤਾ ਸਾਰੇ। ਸਤਿਗੁਰ ਨਾਨਕ ਆ ਜਾ, ਸੰਗਤ ਤੇਰੇ ਹੱਥ ਚਾਬੀ ਉਹ ਦਾਤਾ। ਧੰਨ ਮੇਰੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਇੱਕ ਵਾਰੀ ਆ ਜਾਓ। ਮਰਦਾਨੇ ਕੇ ਸੰਗ ਸਿਧਾਵੋ ਕਰੋ ਕਿਰਤਾਰਥ ਨਾਨਕ ਲਿਆਵੋ। ਕਹਿੰਦੇ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਦੀਦਾਰ ਕਰਨੇ ਤੇ ਤੂੰ ਮਰਦਾਨੇ ਦੇ ਸੰਗ ਜਾ। ਉਹ ਕੱਲਾ ਕਹਿੰਦਾ ਹੈ ਮੈਨੂੰ ਸਾਥੀ ਚਾਹੀਦਾ, ਗੱਲਾਂ ਬਾਤਾਂ ਕਰਦੇ ਪਹੁੰਚ ਜਾਵਾਂਗੇ। ਪ੍ਰਦੇਸ਼ ਦਾ ਮਾਮਲਾ ਹੈ, ਇਕੱਠੇ ਤੁਰੇ ਜਾਵਾਂਗੇ, ਸਮਾਂ ਵਧੀਆ ਜਾਵੇਗਾ। ਜੇਕਰ ਨ ਆਵੇ ਤੁਮ ਕਹੇ ਮਮ ਬਿਨਤੀ ਭੰਨੀਏ ਪਦ ਗਹੇ। ਰਾਏ ਬੁਲਾਰ ਕਹਿੰਦੇ ਜੇ ਕਿਤੇ ਬਾਬਾ ਨਾ ਨੂੰ ਕਰੇ ਨਾ ਤੇ ਮੇਰੇ ਵਾਸਤੇ ਉਹਦੇ ਚਰਨ ਫੜ ਲਈ, ਮੇਰੇ ਵਾਸਤੇ। ਜੇ ਮੈਂ ਕਹਿੰਦੇ ਬਿਰਧ ਨਾ ਹੁੰਦਾ ਨਾ, ਥੋੜਾ ਬਹੁਤ ਪੈਂਡਾ ਕਰਨ ਜੋਗਾ ਹੁੰਦਾ ਤੇ ਮੈਂ ਆਪ ਹੀ ਚਲੇ ਜਾਣਾ, ਪਰ ਹੁਣ ਮੇਰਾ ਸਰੀਰ ਜਿਹੜਾ ਬਿਰਧ ਆ, ਹੁਣ ਮੇਰੇ ਤੋਂ ਨਹੀਂ। ਤੇ ਮੇਰੀ ਬੇਨਤੀ ਹੋ ਜੇ ਤੇ ਮੰਨ ਗਏ ਠੀਕ ਆ, ਜੇ ਨਾ ਮੰਨਣਗੇ ਆਖਣਗੇ ਸਮਾਂ ਨਹੀਂ, ਤੇ ਉਹਦੇ ਚਰਨ ਫੜ ਲਈ ਮੇਰੇ ਵੱਲੋਂ ਘੁੱਟ ਕੇ ਪਿਆਰ ਦੇ ਨਾਲ। ਇੱਕ ਬਾਰ ਚਲ ਦਰਸ਼ਨ ਦੀਜੈ ਕਹੀਏ ਤਿਨ ਕੋ ਕਰਨਾ ਕੀਜੈ। ਬਸ ਇਹੋ ਬੇਨਤੀ ਕਰਿਓ ਵੀ ਜੋ ਸੇਵਾ ਕਹੋਗੇ ਕਰਨ ਨੂੰ ਤਿਆਰ ਹਾਂ। ਇੱਕ ਵਾਰੀ ਦਰਸ਼ਨ ਦਿਓ, ਇੱਕ ਵਾਰੀ ਮੈਨੂੰ ਜ਼ਰੂਰ ਮਿਲੋ। ਜੀ ਕਰਦਾ ਹਟ ਗਏ ਨਾ, ਪਰ ਸਮਾਂ ਸੰਪੂਰਨ ਹੋ ਗਿਆ ਹੈ। ਗੁਰੂ ਪਾਤਸ਼ਾਹ ਦੀ ਸਿਫਤ ਹੈ, ਦਇਆ ਹੈ, ਤੋ ਗੁਰੂ ਦਾਤਾ ਕਿਰਪਾ ਕਰੇ। ਆਪ ਹੀ ਕਿਰਪਾ ਕਰਦੇ ਸਨ, ਆਪ ਆਪਣੀ ਬੁੱਧ ਹੈ ਬਰਨਤ ਭੇਨ ਤੋਏ ਤੇ ਪਿਆਰ ਹੀ ਪਿਆਰ ਵਰਤ ਰਿਹਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ
ਨਾਲ ਹੀ ਰਹਿਣਾ, ਚਰਨਾਂ ਦੇ ਨਾਲ ਹੀ ਰਹਿਣਾ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਤੁਮ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ, ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ। ਚਰਨਾਂ ਤੋਂ ਦੂਰ ਨਾ ਕਰਿਓ, ਮੈਂ ਚਰਨਾਂ ਦੇ ਨਾਲ ਹੀ ਰਹਿਣਾ, ਚਰਨਾਂ